ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ। ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ। ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਉਠਪੁਰ ਗਮਨੇ ਦੇਗ ਸਥਾਨਾ। ਸਰਬ ਬਿਲੋਕੇ ਭੋਜਨ ਨਾਨਾ। ਉਠ ਪੁਰਨ ਗਮਨੇ ਦੇਗ ਸਥਾਨਾ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਸਰਬ ਸ਼ਕਤੀਮਾਨ ਮਿਹਰਬਾਨ ਧੰਨ ਧੰਨ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਧੰਨ 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 ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵੱਡੀ ਵਡਿਆਈ। ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਕਥਾ ਆਪ ਸਭ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਾਰਨ ਕਰਨ ਲੱਗੇ ਹਨ। ਕਾਰਨ ਕਰਨਾ ਕਿਹਨੂੰ ਕਹਿੰਦੇ ਹੈ? ਸਾਧ ਸੰਗਤ ਜੀ ਕਾਰਨ ਕਰਨਾ ਸਰੀਰ ਤਿਆਗਣ ਨੂੰ ਕਹਿੰਦੇ ਹੈ। ਸੱਚੇ ਪਾਤਸ਼ਾਹ ਮਹਾਰਾਜ ਸਰੀਰ ਤਿਆਗਣ ਦੀ ਕਿਰਿਆ ਕਰਨ ਲੱਗੇ ਹਨ। ਕਿਸ ਤਰੀਕੇ ਨਾਲ ਮਹਾਰਾਜ ਗਰੀਬ ਨਵਾਜ ਜੀ ਨੇ ਸਪਤਮੀ ਵਾਲੇ ਦਿਨ ਸਰੀਰ ਤਿਆਗਣ ਦਾ ਫੁਰਨਾ ਬਣਾਇਆ ਸੀ। ਸਤਵੀਂ ਦੀ ਰਾਤ ਨੂੰ ਪਰ ਸਾਧ ਸੰਗਤ ਜੀ ਜਿੱਥੇ ਬਹੁਤ ਸਾਰੀਆਂ ਸਿੱਖ ਸੰਗਤਾਂ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਪਹੁੰਚੀਆਂ, ਮਾਤਾ ਸੁਲੱਖਣੀ ਜੀ ਵੀ ਮਹਾਰਾਜ ਜੀ ਦੇ ਕੋਲ ਆਏ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਮਾਤਾ ਸੁਲੱਖਣੀ ਜੀ ਰੋਕਣਾ ਚਾਹੁੰਦੇ ਹੈ, ਕਿਸੇ ਤਰੀਕੇ ਦੇ ਨਾਲ ਮਹਾਰਾਜ ਰੁਕ ਜਾਣ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਾਤਾ ਸੁਲੱਖਣੀ ਜੀ ਆ ਕੇ ਬੇਨਤੀ ਕਰਨ ਲੱਗੇ, ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੇ ਹੱਥ ਵਿੱਚ ਸਭ ਕੁਝ ਹੈ। ਮਹਾਰਾਜ ਕਹਿਣ ਲੱਗੇ ਚਾਉਣੀ ਮੰਗ ਕੀ ਮੰਗਣਾ ਹੈ? ਅਤੇ ਮਾਤਾ ਸੁਲੱਖਣੀ ਜੀ ਕਹਿਣ ਲੱਗੇ ਮਹਾਰਾਜ ਤੁਹਾਡੇ ਹੱਥ ਵਿੱਚ ਸਾਰਾ ਕੁਝ ਹੈ, ਕਿਰਪਾ ਕਰੋ 2 ਦਿਨ ਵਾਸਤੇ ਰੁਕ ਜਾਓ। ਸੱਚੇ ਪਾਤਸ਼ਾਹ ਬਹਾਨਾ ਭਾਵੇਂ ਸਰਾਧ ਦਾ ਬਣਾਇਆ। ਮਹਾਰਾਜ ਨੇ ਫਿਰ ਬਾਅਦ ਵਿੱਚ ਕਿਹਾ ਬੀਬੀ ਸਰਾਧ ਦੀ ਤਾਂ ਉਹਨੂੰ ਲੋੜ ਹੈ ਜਿਹੜਾ ਗੁਰਮਤੀਆ ਨਹੀਂ ਹੈ, ਗੁਰੂ ਦੀ ਮੱਤ ਵਾਲੇ ਨੂੰ ਸਰਾਧ ਦੀ ਲੋੜ ਨਹੀਂ ਹੈ। ਸਾਧ ਸੰਗਤ ਜੀ ਲੰਗਰ ਛਕਾਉਣਾ ਹੈ, ਗੁਰੂ ਦੇ ਘਰ ਵਿੱਚ ਸਦਾ ਹੀ ਲੰਗਰ ਚੱਲਦਾ। ਫਿਰ ਵੀ ਮਾਤਾ ਜੀ ਕਹਿਣ ਲੱਗੇ ਆਪਣੇ ਵੱਡਿਆਂ ਦੀ ਯਾਦ ਮਨਾਉਂਦੇ। ਇਹ ਇੱਕ ਬਹਾਨਾ ਸੀਗਾ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਨੂੰ ਰੋਕਣ ਦਾ। ਸੋ ਹੁਣ ਮਹਾਰਾਜ ਸੱਚੇ ਪਾਤਸ਼ਾਹ ਮਾਤਾ ਸੁਲੱਖਣੀ ਜੀ ਦੀ ਬੇਨਤੀ ਪ੍ਰਵਾਨ ਕੀਤੀ, ਕਿਉਂਕਿ ਮਹਾਰਾਜ ਨੇ ਆਪ ਹੀ ਮਾਤਾ ਸੁਲੱਖਣੀ ਜੀ ਨੂੰ ਆਖਿਆ ਸੀ ਸੁਲੱਖਣੀ ਜੀ ਜੋ ਕਹੋਗੇ ਉਹ ਮੰਨਾਂਗੇ। ਅਤੇ ਉਸ ਬਚਨ ਨੂੰ ਮੰਨਦਿਆਂ ਹੋਇਆਂ ਸੱਚੇ ਪਾਤਸ਼ਾਹ ਜੀ ਨੇ
ਮਾਤਾ ਜੀ ਦੀ ਬੇਨਤੀ ਪ੍ਰਵਾਨ ਕੀਤੀ ਤੇ ਮਹਾਰਾਜ ਨੇ ਸਰੀਰ ਤਿਆਗਣ ਦਾ ਫੁਰਨਾ 2 ਦਿਨ ਬਾਅਦ ਦਾ ਰੱਖ ਲਿਆ ਜੀ। ਇਸ ਗੱਲ ਤੋਂ ਇਹ ਗੱਲ ਸਿੱਧ ਹੁੰਦੀ ਹੈ, ਜੰਮਣਾ ਮਰਨਾ ਸਾਰਾ ਕੁਝ ਸਮਰੱਥ ਗੁਰੂ ਦੇ ਹੱਥ ਵਿੱਚ ਹੈਗਾ ਜੀ। ਗੁਰੂ ਨਾਨਕ ਸਾਹਿਬ ਜੀ ਦੇ ਹੱਥ ਵਿੱਚ ਹੈ ਜੰਮਣਾ ਮਰਨਾ। ਆਮ ਛੋਟਾ ਮੋਟਾ ਅਭਿਆਸੀ ਹੋਵੇ, ਆਮ ਸੰਸਾਰੀ ਲੋਕ ਜਿਹੜੇ ਆ ਉਹਨਾਂ ਦੇ ਵੱਸ ਵਿੱਚ ਇਹ ਗੱਲਾਂ ਨਹੀਂ ਹੈਗੀਆਂ। ਇਹ ਬੜੀਆਂ ਵੱਡੀਆਂ ਗੱਲਾਂ ਨੇ ਸਾਧ ਸੰਗਤ ਜੀ। ਹਜ਼ੂਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਫਿਰ ਸਮਾਂ ਪਾ ਕੇ, ਮਹਾਰਾਜ ਗਰੀਬ ਨਵਾਜ਼ ਜੀ ਨੇ ਆਖਿਆ ਵੀ ਕੋਈ ਗੱਲ ਨਹੀਂ, ਹੁਣ ਸਮਾਂ ਪਾ ਕੇ 2 ਦਿਨ ਦਾ ਫਿਰ ਸਰੀਰ ਤਿਆਗਾਂਗੇ। ਉਹਦੇ ਤੋਂ ਬਾਅਦ 8ਵੀਂ ਦਾ ਦਿਨ ਆਇਆ ਜੀ। 10ਵੀਂ ਨੂੰ ਮਹਾਰਾਜ ਨੇ ਸਰੀਰ ਤਿਆਗਣਾ। 8ਵੀਂ ਤੇ 9ਵੀਂ ਭਾਵ 8 ਤਰੀਕ ਤੇ 9 ਤਰੀਕ, ਇਹ 2 ਤਰੀਕਾਂ ਵਿੱਚ ਮਹਾਰਾਜ ਨੇ ਬੜਾ ਵੱਡਾ ਲੰਗਰ ਲਾਇਆ ਜੀ। 8ਵੀਂ ਦਾ ਦਿਨ ਚੜ੍ਹਿਆ, ਮਹਾਰਾਜ ਗਰੀਬ ਨਵਾਜ਼ ਜੀ ਨੇ ਕਹਿ ਕੇ ਫਿਰ ਕਈ ਤਰ੍ਹਾਂ ਦਾ ਪ੍ਰਸ਼ਾਦਾ ਤਿਆਰ ਕਰਾਇਆ। ਤੁਸੀਂ ਹਿਸਾਬ ਲਾਓ, ਕੋਈ ਥੋੜ੍ਹਾ ਬਹੁਤਾ ਧਨਾੜ ਹੋਵੇ ਉਹ ਲੰਗਰ ਵਿੱਚ ਬੜਾ ਕੁਝ ਬਣਾਉਂਦਾ ਹੈ ਵੀ ਵਧੀਆ ਲੰਗਰ ਹੋਵੇ। ਤੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਲੰਗਰ ਛਕਾ ਰਹੇ ਹੋਣਗੇ ਉਹ ਕਿੰਨੇ ਪਦਾਰਥ ਹੋਣਗੇ, ਕਵੀ ਜੀ ਅੱਗੇ ਜਾ ਕੇ ਲਿਖਣਗੇ, ਸਾਨੂੰ ਦੱਸਣਗੇ ਵੀ ਲੰਗਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਕੀ ਕੀ ਬਣਵਾਇਆ ਸੀਗਾ। ਮਹਾਰਾਜ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਫਿਰ ਬੜੇ ਵਧੀਆ ਪਦਾਰਥ ਮਹਾਰਾਜ ਜੀ ਨੇ ਕਰਵਾਏ ਤਿਆਰ। ਆਮ ਲੋਕ ਕੇਵਲ ਬ੍ਰਾਹਮਣਾਂ ਨੂੰ ਹੀ ਸੱਦਦੇ ਆ। ਜੇ ਮਹਾਰਾਜ ਨੇ ਸਰਾਧ ਕਰਨਾ ਹੋਵੇ ਮਹਾਰਾਜ ਵੀ ਇਕੱਲੇ ਬ੍ਰਾਹਮਣਾਂ ਨੂੰ ਹੀ ਸੱਦਣ, ਪਰ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਸੱਦਾ ਦਿੱਤਾ, ਸਾਰੀ ਸੰਗਤ ਨੂੰ ਹੀ ਸੱਦਾ ਦਿੱਤਾ ਲੰਗਰ ਦਾ। ਸੋ ਇਹ ਮਹਾਰਾਜ ਆਪ ਹੀ ਭੰਡਾਰਾ ਕਰ ਰਹੇ ਹੈ ਸਰੀਰ ਤਿਆਗਣ ਤੋਂ ਪਹਿਲਾਂ। ਉਹ ਹੁਣ ਪ੍ਰਸੰਗ ਆਪਾਂ ਨੇ ਸਰਵਣ ਕਰਨਾ ਹੈ। 8ਵੀਂ ਦਾ ਦਿਨ ਚੜ੍ਹਿਆ, ਰਸੋਈਆ ਆ ਕੇ ਮਹਾਰਾਜ ਨੂੰ ਕਹਿੰਦਾ ਹੈ। ਮਹਾਰਾਜ ਗਰੀਬ ਨਵਾਜ਼ ਸੰਗਤ ਦੇ ਵਿੱਚ ਬੈਠੇ ਹੁੰਦੇ ਆ। ਰਸੋਈਆ ਹਲਵਾਈ ਜਿਹੜਾ ਹੈ ਉਹ ਆ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਕਹਿਣ ਲੱਗਾ, ਹੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼, ਮਹਾਰਾਜ ਲੰਗਰ ਤਿਆਰ ਹੋ ਗਿਆ ਤੇ ਸੱਚੇ ਪਾਤਸ਼ਾਹ ਹੁਣ ਆਪ ਕਿਰਪਾ ਕਰੋ। ਹੁਣ ਅੱਗੋਂ ਜੋ ਪ੍ਰਸੰਗ ਹੁੰਦਾ ਉਹ ਆਪਾਂ ਸਰਵਣ ਕਰੀਏ ਜੀ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਚੌਪਈ ਉਠ ਪੁਨ ਗਮਨੇ ਦੇਗ ਸਥਾਨਾ। ਹਜ਼ੂਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਉੱਠ ਕੇ ਫਿਰ ਲੰਗਰ ਵਾਲੇ ਅਸਥਾਨ ਤੇ ਗਏ ਹਨ। ਸਰਬ ਬਿਲੋਕੇ ਭੋਜਨ ਨਾਨਾ। ਤੇ ਮਹਾਰਾਜ ਗਰੀਬ ਨਵਾਜ਼ ਜੀ ਨੇ ਜੋ ਜੋ ਪਦਾਰਥ ਬਣੇ ਸਨ ਨਾ ਜੀ, ਉਹ ਮਹਾਰਾਜ ਗਰੀਬ ਨਵਾਜ਼ ਜੀ ਨੇ ਆਪ ਦੇਖੇ ਸਾਰੇ। ਹਾਂਜੀ। ਠੌਰ ਠੌਰ ਨਰ ਭੇਜ ਬੁਲਾਏ। ਤੇ ਹਰ ਇੱਕ ਥਾਂ ਤੇ ਮਨੁੱਖ ਭੇਜੇ ਮਹਾਰਾਜ ਨੇ, ਜਾਓ ਭਾਈ ਕੋਈ ਲੰਗਰ ਪ੍ਰਸ਼ਾਦ ਭੰਡਾਰੇ ਤੋਂ ਵਾਂਝਾ ਨਾ ਰਹਿ ਜਾਵੇ। ਸੁਨ ਆਇਸ ਸਭ ਹੀ ਚੱਲ ਆਏ। ਮਹਾਰਾਜ ਜੀ ਭੰਡਾਰਾ ਕਰ ਰਹੇ ਐ। ਇਹ ਗੱਲ ਸੁਣ ਕੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ, ਸਾਰੀਆਂ ਹੀ ਸੰਗਤਾਂ ਜਿਹੜੀਆਂ ਨੇ ਉਹ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਪਹੁੰਚੀਆਂ। ਸੰਗਤ ਤੇ ਪਹਿਲਾਂ ਹੀ ਬੜੀ ਆ ਚੁੱਕੀ ਸੀਗੀ, ਹੋਰ ਸੰਗਤਾਂ ਨੂੰ ਮਹਾਰਾਜ ਨੇ ਸੱਦਾ ਭੇਜ ਕੇ ਸੱਦਿਆ। ਪੰਡਤ ਸੰਨਿਆਸੀ ਬੈਰਾਗੀ। ਬੜੇ ਬੜੇ ਪੰਡਤ, ਬੜੇ ਬੜੇ ਸੰਨਿਆਸੀ, ਬੜੇ ਬੜੇ ਬੈਰਾਗੀ ਪੁਰਸ਼ ਜਿਹੜੇ ਹਨ। ਜੋਗੀ ਪੁਨ ਆਏ ਵੱਡ ਭਾਗੀ। ਬੜੇ ਬੜੇ ਜੋਗੀ ਵੱਡੇ ਭਾਗਾਂ ਵਾਲੇ ਸਾਰੇ ਹੀ ਮਹਾਰਾਜ ਗਰੀਬ ਨਵਾਜ਼ ਜੀ ਦਾ ਸੱਦਾ ਸੁਣ ਕੇ ਸ੍ਰੀ ਕਰਤਾਰਪੁਰ ਸਾਹਿਬ ਆਏ। ਪਤਾ ਸੰਗਤਾਂ ਕੀ ਕਹਿੰਦੀਆਂ, ਭਾਈ ਮਹਾਰਾਜ ਨੇ ਸਰੀਰ ਤਿਆਗਣਾ, ਸੱਚੇ ਪਾਤਸ਼ਾਹ ਆਪ ਭੰਡਾਰਾ ਕਰ ਰਹੇ ਹੈ। ਹਾਂਜੀ। ਅਵਰ ਭੇਖ ਕੇ ਤਿਕ ਤਹਿ ਆਏ। ਹੋਰ ਬੜੇ ਭੇਖਾਂ ਦੇ ਲੋਕ, ਧਰਮਾਂ ਦੇ ਲੋਕ, ਵੱਖ ਵੱਖ ਪਹਿਰਾਵੇ ਵਾਲੇ ਲੋਕ ਮਹਾਰਾਜ ਜੀ ਦੇ ਹਜ਼ੂਰ ਸ੍ਰੀ ਕਰਤਾਰਪੁਰ ਸਾਹਿਬ ਆਏ। ਸਭ ਗੁਰ ਪੰਥ ਹੈ ਭਾਂਤ ਬਸਾਏ। ਮਹਾਰਾਜ ਨੇ ਇਹ ਨਹੀਂ ਕਿਹਾ ਵੀ ਇਕੱਲੇ ਬ੍ਰਾਹਮਣ ਹੀ ਬਿਠਾਉਣੇ। ਜੇ ਸਰਾਧ ਦੀ ਗੱਲ ਹੁੰਦੀ ਮਹਾਰਾਜ ਬ੍ਰਾਹਮਣਾਂ ਨੂੰ ਬਿਠਾਉਂਦੇ ਨਹੀਂ, ਪਰ ਮਹਾਰਾਜ ਨੇ ਸਾਰਿਆਂ ਨੂੰ ਇੱਕ ਸਾਰ ਪੰਗਤ ਵਿੱਚ ਬਿਠਾ ਦਿੱਤਾ। ਚਾਰ ਵਰਨ ਹਿੰਦੂ ਤਹਿ ਥਾਈ। ਮਹਾਰਾਜ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ 4 ਵਰਨ ਜਿਹੜੇ ਆ ਹਿੰਦੂਆਂ ਦੇ, ਸਾਧ ਸੰਗਤ ਜੀ 4 ਵਰਸ਼ ਹਿੰਦੂ ਉੱਥੇ ਆਏ ਹੋਏ ਆ।
ਸਾਰਿਆਂ ਨੂੰ ਉਹਨਾਂ ਦੀ ਪੰਗਤ ਦੇ ਵਿੱਚ ਬਿਠਾ ਦਿੱਤਾ। ਮਿਲੇ ਬਹੁਤ ਸਿੱਖ ਸੇਵਕ ਬ੍ਰਿੰਦਾ। ਇਸ ਤਰੀਕੇ ਨਾਲ ਜਿੱਥੇ ਜੋਗੀ ਤਪੀ ਸੰਨਿਆਸੀ ਆਏ ਆ ਨਾ, ਉੱਥੇ ਗੁਰੂ ਸਾਹਿਬ ਦੇ ਬੜੇ ਬੜੇ ਪੱਕੇ ਸੇਵਕ ਆਏ ਆ। ਕਈ ਤੇ ਇੱਕ ਦਿਨ 'ਚ ਨਹੀਂ ਪਹੁੰਚ ਸਕੇ, ਤਾਂ ਉਹਨਾਂ ਨੂੰ ਮੌਕਾ ਮਿਲ ਗਿਆ ਦੂਜੇ ਦਿਨ ਵੀ ਮਹਾਰਾਜ ਦੇ ਸਰੀਰ ਕਰਕੇ ਹਨ। ਇਸ ਕਰਕੇ ਬੜੇ ਬੜੇ ਸੇਵਕ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਜੀ। ਹਾਂਜੀ, ਭਾਂਤ ਬਸਾਈ ਸ੍ਰੀ ਸੁਖ ਕੰਦਾ। ਪਾਤ ਨਹੀਂ ਕਹਿਣਾ, ਪਾਂਤ ਕਹਿਣਾ। ਪੰਗਤੀਆਂ ਵਿੱਚ ਮਹਾਰਾਜ ਗਰੀਬ ਨਵਾਜ ਜੀ ਨੇ ਬਿਠਾਇਆ, ਸਾਰੀ ਸੰਗਤ ਨੂੰ ਪੰਗਤ ਦੇ ਵਿੱਚ ਬਿਠਾਇਆ ਗੁਰੂ ਨਾਨਕ ਸਾਹਿਬ ਜੀ ਨੇ। ਹਾਂਜੀ, ਆਇਸ ਦੀਨ ਅਰਾਲਕ ਤਾਈ। ਫਿਰ ਲਾਂਗਰੀਆਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਗਿਆ ਕੀਤੀ ਜੀ। ਹਾਂਜੀ, ਪ੍ਰਥਮੇ ਸਤ ਨਾਮ ਮੁਖ ਗਾਈ। ਭਾਈ ਸਭ ਤੋਂ ਪਹਿਲਾਂ ਲੰਗਰ ਵਰਤਾਉਂਦਿਆਂ ਸਤਨਾਮ ਵਾਹਿਗੁਰੂ ਦਾ ਜਾਪ ਜਪਣਾ ਹੈ। ਹਾਂਜੀ, ਸਭ ਕੋ ਦੇਹੋ ਆਹਾਰ ਵਰਤਾਈ। ਜੋ ਕੋ ਚਾਹੈ ਸੋ ਦੇਹੋ ਪਹੁੰਚਾਈ। ਜੋ ਜਿਹਨੂੰ ਚਾਹੀਦਾ ਹੈ ਮਹਾਰਾਜ ਕਹਿੰਦੇ ਪ੍ਰਸ਼ਾਦਾ ਛਕਾਓ, ਪਰ ਪੰਗਤ ਲੱਗਦਿਆਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਵਾਹਿਗੁਰੂ ਜਪਾਉਣਾ ਹੈ। ਸੰਗਤ ਜੀ ਹੁਣ ਸਾਰਾ ਕੁਝ ਹੀ ਬਦਲ ਗਿਆ, ਮੈਨੂੰ ਮਾਫ ਕਰ ਦਿਓ। ਇਹ ਗੱਲ ਕਹਿਣੀ ਪੈ ਰਹੀ ਹੈ ਕਥਾ ਵਿੱਚ। ਜਦੋਂ ਪੰਗਤ ਹੀ ਨਹੀਂ ਰਹੀ ਤੇ ਸਤਨਾਮ ਕਿੱਥੋਂ ਰਹਿਣਾ? ਜਿੱਥੇ ਪੰਗਤ ਹੈ ਉੱਥੇ ਸੰਗਤ ਹੈ। ਪਹਿਲੇ ਸਮੇਂ ਕੀ ਹੁੰਦਾ ਸੀ, ਮੈਂ ਦਾਸ ਖੁਦ ਵੇਖਦਾ ਰਿਹਾ ਦਰਬਾਰ ਸਾਹਿਬ, ਸ਼ਾਇਦ ਹੁਣ ਵੀ ਐਸਾ ਕਰਦੇ ਹੋਣ। ਜਦੋਂ ਪੰਗਤ ਲੱਗਦੀ ਹੈ, ਇੱਕ ਸਿੰਘ ਤੁਰਦਾ ਸਾਰਿਆਂ ਨੂੰ ਸਤਨਾਮ ਵਾਹਿਗੁਰੂ ਦਾ ਜਾਪ ਜਪਾਉਂਦਾ ਹੈ ਜੀ। ਸਾਰਿਆਂ ਨੂੰ ਉਸ ਸਮੇਂ ਦੌਰਾਨ ਵਰਤਦਾ ਹੈ ਜੀ। ਹਾਂਜੀ, ਜਦੋਂ ਸਾਰਿਆਂ ਦੀ ਥਾਲੀ 'ਚ ਭੋਜਨ ਪ੍ਰਸ਼ਾਦ ਪੈ ਜਾਵੇ ਨਾ ਜੀ, ਫਿਰ ਜਕਾਰਾ ਲੱਗਦਾ ਤੇ ਫਿਰ ਹੁਕਮ ਹੁੰਦਾ ਸਾਰਿਆਂ ਨੂੰ ਛਕਣ ਦਾ ਜੀ। ਹੁਣ ਬਹਿੰਦੇ ਆ, ਬਸ ਉਸੇ ਵੇਲੇ ਹੀ ਨਾਲ ਵਰਤੀ ਜਾਂਦਾ, ਨਾਲ ਛਕੀ ਜਾਂਦੇ ਜੀ। ਇਹ ਮਰਜ਼ਾਦਾ ਨਹੀਂ ਹੈਗੀ ਪੰਗਤ ਦੀ, ਬਿਲਕੁਲ ਇਹ ਮਰਜ਼ਾਦਾ ਨਹੀਂ। ਹੁਣ ਸੁਣੋ, ਮਹਾਰਾਜ ਨੇ ਕਿਹਾ ਵੀ ਲੰਗਰ ਵਰਤਾਓ ਤੇ ਪਹਿਲਾਂ ਸਾਰੇ ਸਤਨਾਮ ਵਾਹਿਗੁਰੂ ਦਾ ਜਾਪ ਕਰਨ। ਸਾਰੇ ਪੰਗਤਾਂ ਵਿੱਚ ਬੈਠ ਗਏ, ਇੱਕ ਜਣਾ ਵਾਹਿਗੁਰੂ ਦਾ ਜਾਪ ਜਪਾ ਰਿਹਾ, ਬਾਕੀ ਲੰਗਰ ਵਰਤਾ ਰਹੇ ਆ। ਸੰਗਤਾਂ ਸਾਰੀਆਂ ਬੈਠੀਆਂ ਵਾਹਿਗੁਰੂ ਦਾ ਜਾਪ ਕਰ ਰਹੀਆਂ ਹਨ। ਉੱਚੇ ਥਲ ਪਰ ਬੈਠੇ ਸੁਆਮੀ। ਮਹਾਰਾਜ ਗਰੀਬ ਨਵਾਜ ਆਪ ਉੱਚੀ ਥਾਂ ਤੇ ਇੱਕ ਪਾਸੇ ਸੱਜ ਗਏ ਹਨ। ਸਭਨ ਬਲੋਕਤ ਅੰਤਰ ਜਾਮੀ। ਤੇ ਮਹਾਰਾਜ ਗਰੀਬ ਨਵਾਜ ਸਭ ਸੰਗਤਾਂ ਨੂੰ ਪ੍ਰਸ਼ਾਦਾ ਛਕਦਿਆਂ ਨੂੰ ਦੇਖ ਰਹੇ ਹੈ ਜੀ। ਸਭਨਾਂ ਉੱਤੇ ਸੱਚੇ ਪਾਤਸ਼ਾਹ ਦ੍ਰਿਸ਼ਟੀ ਪਾ ਰਹੇ ਹੈ। ਹਾਂਜੀ, ਪਰੋਸਨ ਲਗੇ ਆਹਾਰ ਕਨੇਰਾ। ਬਹੁਤ ਵੱਡੇ ਪੱਧਰ ਦਾ ਪ੍ਰਸ਼ਾਦਾ ਜਿਹੜਾ ਤਿਆਰ ਸੀਗਾ, ਉਹ ਫਿਰ ਲਾਂਗਰੀ ਜਿਹੜੇ ਆ ਉਹ ਪਰੋਸਣ ਲੱਗੇ। ਬਹੁਤ ਰਸੋਈਏ ਹਵੈ ਬਿਨ ਦੇਰਾ। ਤੇ ਬੜੇ ਲਾਂਗਰੀ, ਬੜੇ ਰਸੋਈਏ ਜਿਹੜੇ ਆ ਉਹ ਸਾਧ ਸੰਗਤ ਦੀ ਲੰਗਰ ਵਰਤਾ ਰਹੇ ਆ। ਸਿੱਖ ਸੰਗਤਾਂ ਵੀ ਲੰਗਰ ਵਰਤਾ ਰਹੀਆਂ। ਹਾਂਜੀ, ਏਕ ਬਾਰ ਦੇ ਆਵਹਿ ਜਾਹੀ। ਬਾਹਰ ਨ ਜਾਚਨ ਕੀ ਰਹਿ ਚਾਹੀ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਭਾਈ ਥੋੜਾ ਨਹੀਂ ਪਾਉਣਾ। ਇਹ ਨਾ ਹੋਵੇ ਕਿਉਂਕਿ ਹਜ਼ਾਰਾਂ ਦੀ ਹਿਸਾਬ ਨਾਲ ਸੰਗਤ ਬੈਠੀ ਹੈ, ਥੋੜੀ ਜਿਹੀ ਖੀਰ ਵਰਤਾ ਕੇ ਚਲੇ ਜਾਓ, ਅਗਲਾ ਬਾਅਦ ਚੋਂ ਉਡੀਕਦਾ ਰਹਿ ਜੇ। ਮਹਾਰਾਜ ਕਹਿੰਦੇ ਏਕ ਬਾਰ ਦੇ ਆਵਹਿ ਜਾਹੀ। ਬਾਹਰ ਨਾ ਜਾਚਨ ਕੀ ਚਹਿਰ ਜਾਹੀ। ਇੱਕੋ ਵਾਰ 'ਚ ਹੀ ਇੰਨਾ ਵਰਤਾ ਦਿਓ ਵੀ ਦੂਜੀ ਵਾਰੀ ਕਿਸੇ ਨੂੰ ਮੰਗਣਾ ਹੀ ਨਾ ਪਵੇ ਜੀ। ਭਾਵ ਖੁੱਲਾ ਲੰਗਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਰਤਵਾਇਆ। ਜਹ ਮਾਨਵ ਕੀ ਗਿਣਤੀ ਨਾਹੀ। ਇੰਨੀ ਸੰਗਤ ਸੀ, ਕਵੀ ਸੰਤੋਖ ਸਿੰਘ ਜੀ ਕਹਿੰਦੇ ਮਨੁੱਖਾਂ ਦੀ ਗਿਣਤੀ ਨਹੀਂ ਸੀ ਹੋ ਸਕਦੀ। ਮਹਾਰਾਜ ਦੀ ਹਜ਼ੂਰੀ 'ਚ ਬੜੀ ਸੰਗਤ ਆਉਂਦੀ ਸੀਗੀ। ਤੁਸੀਂ ਸੁਣਿਆ ਨਾ, ਜਦੋਂ ਉਹ ਰੁੱਖ ਤੋਂ ਝਾੜ ਕੇ ਮਠਿਆਈਆਂ ਛਕਾਈਆਂ, 24,000 ਪ੍ਰਾਣੀ ਸੀਗਾ ਕਰਤਾਰਪੁਰ ਸਾਹਿਬ ਵਿੱਚ ਉਦੋਂ। ਤੇ ਹੁਣ ਤੇ ਮਹਾਰਾਜ ਨੇ ਸੱਦੇ ਦੇ ਕੇ ਸੱਦੇ ਆ। ਹਾਂਜੀ, ਸਬਨ ਦੀਨ ਕੋ ਛੂਛ ਨ ਆਹੀ। ਸਾਰਿਆਂ ਨੂੰ ਖੁੱਲਾ ਪ੍ਰਸ਼ਾਦਾ ਪਾਣੀ ਵਰਤਾਇਆ ਗਿਆ, ਕਿਸੇ ਨੂੰ ਵੀ ਖਾਲੀ ਨਹੀਂ ਰਹਿਣ ਦਿੱਤਾ ਜੀ। ਹਾਂਜੀ, ਪੰਚਾਮ੍ਰਿਤ ਕਚੋਰੀ ਪੂਰੀ। ਕੜਾਹ ਬਣਵਾਇਆ ਹੈ, ਕਚੌਰੀਆਂ, ਪੂੜੀਆਂ। ਹਾਂਜੀ, ਪਾਇਸ ਪੂਪ ਸਾਦ ਜਿਨ ਭੂਰੀ। ਫਿਰ ਖੀਰ ਬਣਵਾਈ ਮਹਾਰਾਜ ਸੱਚੇ ਪਾਤਸ਼ਾਹ ਨੇ, ਖੀਰ ਬਣਵਾਈ, ਪੂੜੇ ਬਣਾਏ ਹੈ।
ਤੇ ਇਹ ਸਾਰਾ ਪ੍ਰਸ਼ਾਦਾ ਮਹਾਰਾਜ ਜੀ ਨੇ ਤਿਆਰ ਕਰਵਾਇਆ ਜੀ। ਹਾਂਜੀ। ਸਿਤਾ ਘਰਿਤ ਬਹੁ ਉਪਰ ਪਾਏ। ਫਿਰ ਸਾਧ ਸੰਗਤ ਜੀ ਦਹੀਂ ਵਾਹਿਗੁਰੂ ਦੇਸੀ ਘਿਓ ਉੱਤੇ ਖੰਡ ਇਸ ਤਰੀਕੇ ਨਾਲ ਪ੍ਰਸ਼ਾਦਾ ਸਾਰਾ ਵਰਤ ਰਿਹਾ। ਦੇਸੀ ਘਿਓ ਵਾਲਾ ਵੱਖਰਾ ਦੇਸੀ ਘਿਓ ਲੈ ਕੇ ਤੁਰ ਰਿਹਾ ਜੀ। ਹਾਂਜੀ। ਦਦ ਸਲਵਨ ਨੀਕੇ ਮਨ ਭਾਏ। ਦਦ ਸਲਵਨ ਨੀਕੇ ਮਨ ਭਾਏ ਕਹਿੰਦੇ ਆ ਦਹੀਂ ਹੋਰ ਸਬਜ਼ੀਆਂ ਜਿਹੜੀਆਂ ਨੇ ਉਹ ਮਨ ਭਾਉਂਦੇ ਬੜੇ ਬੜੇ ਵਧੀਆ ਪਦਾਰਥ ਜਿਹੜੇ ਆ ਉਹ ਸੱਚੇ ਪਾਤਸ਼ਾਹ ਜੀ ਨੇ ਤਿਆਰ ਕਰਵਾਏ ਤੇ ਵਰਤ ਰਹੇ ਜੀ ਸਾਰੇ। ਹਾਂਜੀ। ਸੂਖਮ ਚਾਵਰ ਪਹਿਤ ਸੋ ਚਾਹੀ। ਨਰਮ ਚੌਲ ਨਾਲ ਦਾਲ ਹੈ। ਹਾਂਜੀ। ਤੁਰਤ ਪਚਾਵਹਿ ਸਭ ਕੇ ਪਾਹੀ। ਬਸ ਉਹ ਲਾਂਗਰੀ ਇੰਨੇ ਟ੍ਰੇਨਡ ਨੇ ਜੀ ਉਹ ਤੁਰੰਤ ਹੀ ਪਹੁੰਚਾ ਦਿੰਦੇ ਆ। ਅਸਲ ਵਿੱਚ ਹੁਣ ਸਿੱਖਾਂ ਵਿੱਚ ਸੇਵਾ ਭਾਵ ਨਹੀਂ ਰਿਹਾ। ਆ ਸਟੈਂਡਿੰਗ ਲੰਗਰਾਂ ਦਾ ਵੀ ਬਹੁਤਾ ਕਾਰਨ ਇਹੋ ਹੀ ਹੈ ਜੀ। ਕਈ ਤਾਂ ਨਾ ਪ੍ਰੇਮੀਆਂ ਨੂੰ ਵੀ ਭਾਈ ਪੰਗਤ ਕਰਿਆ ਕਰੋ, ਕਹਿਣ ਲੱਗੇ ਜੀ ਵਰਤਾਵੇ ਨਹੀਂ ਆਉਂਦੇ, ਵਰਤਾਵੇ ਨਹੀਂ ਹੈਗੇ। ਸੇਵਾ ਭਾਵ ਵੇਖ ਲਓ, ਸਾਰੀਆਂ ਸੰਗਤਾਂ ਸੁਣ ਰਹੇ ਹੋ ਨਾ, ਤੇ ਲੰਗਰ ਵਰਤਾਉਣ ਦੀ ਸੇਵਾ ਵੀ ਬੜੀ ਵੱਡੀ ਸੇਵਾ ਹੈ। ਇਸ ਤਰੀਕੇ ਦੇ ਨਾਲ ਪ੍ਰੇਮੀ ਪਹੁੰਚਾ ਰਹੇ ਆ ਵੀ ਤੁਰੰਤ ਹੀ ਪਹੁੰਚਾ ਦਿੰਦੇ ਆ, ਕਿਸੇ ਨੂੰ ਉਡੀਕਣਾ ਨਹੀਂ ਪੈਂਦਾ ਜੀ। ਹਾਂਜੀ। ਭਇਓ ਆਹਾਰ ਅਖੁੱਟ ਸਭ ਭਾਂਤੀ। ਇਸ ਤਰੀਕੇ ਨਾਲ ਹਰ ਤਰੀਕੇ ਦੇ ਨਾਲ ਅਤੁੱਟ ਭੰਡਾਰਾ ਜਿਹੜਾ ਉਹ ਚੱਲਿਆ ਹੈ। ਬਿਸਮ ਭਏ ਗਤ ਕਿਨੈ ਨ ਜਾਤੀ। ਸਾਰੇ ਹੈਰਾਨ ਹੋ ਗਏ, ਕੋਈ ਗਤੀ ਨਹੀਂ ਜਾਣਦਾ ਵੀ ਇੰਨਾ ਪ੍ਰਸ਼ਾਦਾ ਆ ਕਿੱਥੋਂ ਰਿਹਾ, ਇੰਨੀਆਂ ਸੰਗਤਾਂ। ਹਾਂਜੀ। ਸਰਬ ਅਗਾਏ ਉਠੇ ਜਿਹ ਕਾਲਾ। ਛਕ ਛਕ ਕੇ ਰੱਜ ਰੱਜ ਕੇ ਸਾਰੇ ਉੱਠ ਰਹੇ ਆ, ਭੁੱਖਾ ਨਹੀਂ ਕਿਸੇ ਨੂੰ ਰਹਿਣ ਦਿੰਦੇ ਜੀ। ਹਾਂਜੀ। ਕਹਿਓ ਅਰਾਲਕ ਸੰਗ ਕਿਰਪਾਲਾ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨਾ ਲਾਂਗਰੀਆਂ ਨੂੰ ਕਹਿਣ ਲੱਗੇ, ਲਿਹੋ ਅਚਬ ਅਬ ਆਪ ਆਹਾਰਾ। ਜਦੋਂ ਸਭ ਸੰਗਤਾਂ ਨੇ ਛਕ ਲਿਆ, ਕਈ ਘੰਟੇ ਲੰਗਰ ਵਰਤਦਾ ਰਿਹਾ, ਕਈ ਘੰਟੇ ਲੰਗਰ ਵਰਤਦਾ ਰਿਹਾ। ਜਦੋਂ ਲੰਮਾ ਸਮਾਂ ਲੰਗਰ ਚੱਲਦਾ ਰਿਹਾ, ਫਿਰ ਮਹਾਰਾਜ ਲਾਂਗਰੀਆਂ ਨੂੰ ਕਹਿਣ ਲੱਗੇ, ਵਰਤਾਵਿਆਂ ਨੂੰ ਕਹਿਣ ਲੱਗੇ, ਬਹੁਰ ਦੇਗ ਕੀ ਕੀਜੈਕਾਰਾ। ਮਹਾਰਾਜ ਕਹਿੰਦੇ ਹੁਣ ਤੁਸੀਂ ਵੀ ਛਕ ਲਓ, ਭੁੱਖੇ ਨਾ ਰਹਿ ਜਿਓ। ਫਿਰ ਮਹਾਰਾਜ ਕਹਿਣ ਲੱਗੇ ਲੰਗਰ ਦਾ ਕੰਮ ਜਾਰੀ ਰੱਖਣਾ, ਲੰਗਰ ਰੋਕਣਾ ਨਹੀਂ ਹੈ। ਹਾਂਜੀ। ਜਾਮ ਜਾਮਨੀ ਲਓ ਜੋ ਕੋਈ। ਭਾਵੇਂ ਅੱਧੀ ਰਾਤ ਵੀ ਕੋਈ ਆਵੇ, ਆਵਹਿ ਜੇ ਅਚਵਾਓ ਰਸੋਈ। ਜਿਹੜਾ ਆਵੇ ਉਹਨੂੰ ਪ੍ਰਸ਼ਾਦਾ ਛਕਾਓ। ਮਹਾਰਾਜ ਕਹਿਣ ਲੱਗੇ ਸੰਗਤ ਜੀ ਗੁਰੂ ਨਾਨਕ ਦਾ ਘਰ ਹੈ, ਜਿੱਥੇ ਲੰਗਰ ਨਹੀਂ ਹੈਗਾ ਉੱਥੇ ਗੁਰੂ ਨਾਨਕ ਦਾ ਘਰ ਨਹੀਂ ਹੈਗਾ। ਗੱਜ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਲੰਗਰ ਸਿਰਮੌਰ ਹੈ ਗੁਰੂ ਘਰ ਵਿੱਚ, ਜਿੱਥੇ ਆਏ ਨੂੰ ਪ੍ਰਸ਼ਾਦਾ ਹੀ ਨਹੀਂ ਮਿਲਦਾ ਤੇ ਫਿਰ ਸਾਧ ਸੰਗਤ ਜੀ ਉਹਨੂੰ ਆਪਾਂ ਗੁਰੂ ਨਾਨਕ ਦਾ ਘਰ ਕਿਵੇਂ ਆਖ ਸਕਦੇ ਹਾਂ, ਗੁਰੂ ਘਰ ਕਿਵੇਂ ਆਖ ਸਕਦੇ ਹਾਂ। ਮਹਾਰਾਜ ਕਹਿਣ ਲੱਗੇ ਭਾਵੇਂ ਅੱਧੀ ਰਾਤ ਵੀ ਕੋਈ ਆਵੇ ਨਾ, ਉਹਨੂੰ ਪ੍ਰਸ਼ਾਦਾ ਛਕਾਓ ਪਿਆਰ ਨਾਲ। ਹਾਂਜੀ। ਅਸ ਕਹਿ ਧਰਮਸਾਲ ਪ੍ਰਭ ਆਏ। ਇਹ ਕਹਿ ਕੇ ਗਰੀਬ ਨਵਾਜ ਆਪ ਧਰਮਸ਼ਾਲਾ ਵਿੱਚ ਆ ਗਏ। ਬੈਠੇ ਨਰਦਰ ਸਹਿ ਸੁਖ ਪਾਏ। ਬੜੇ ਮਨੁੱਖ ਮਹਾਰਾਜ ਗਰੀਬ ਨਵਾਜ ਜੀ ਦੇ ਆਲੇ ਦੁਆਲੇ ਬੈਠ ਗਏ, ਦਰਸ਼ਨ ਕਰਕੇ ਸੁਖ ਪਾਉਣ। ਦੂਰ ਦੂਰ ਲੋ ਸੁਧ ਅਸ ਹੋਈ। ਦੂਰ ਦੂਰ ਤੱਕ ਇਹ ਖਬਰ ਪਹੁੰਚ ਗਈ। ਕਿਹੜੀ ਖਬਰ? ਲਗੇ ਸਮਾਵਨ ਜੁਗ ਲਗੇ ਸਮਾਵਨ ਜਗ ਗੁਰ ਸੋਈ। ਇਹ ਖਬਰ ਪਹੁੰਚ ਗਈ ਵੀ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਸਮਾਉਣ ਲੱਗੇ ਐ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਸਰੀਰ ਤਿਆਗਣ ਲੱਗੇ ਐ। ਹਾਂਜੀ। ਸੁਨ ਸੁਨ ਧਨੀ ਸ਼ਾਹ ਜੇ ਰਾਜਾ। ਤੇ ਸਾਧ ਸੰਗਤ ਮਹਾਰਾਜ ਜੀ ਦੇ ਸਮਾਉਣ ਦੀ ਖਬਰ ਸੁਣ ਕੇ ਬੈਰਾਗ ਵੀ ਹੈ ਸਿੱਖਾਂ ਦੇ ਮਨਾਂ 'ਚ। ਭਾਵੇਂ ਲੰਗਰ ਜਿੰਨਾ ਮਰਜ਼ੀ ਵੱਡਾ ਲੱਗਾ, ਪਰ ਲੰਗਰ ਤੇ ਗੁਰੂ ਘਰ ਸਦਾ ਹੀ ਚੱਲਣਾ, ਤੇ ਮਹਾਰਾਜ ਦੇ ਸਰੀਰ ਦੇ ਦਰਸ਼ਨ ਤੇ ਨਹੀਂ ਨਾ ਫਿਰ ਸਦਾ ਹੋਣੇ ਜੀ। ਬੜੇ ਬੜੇ ਅਮੀਰ, ਇੱਥੋਂ ਤੱਕ ਕਈ ਦੇਸ਼ਾਂ ਦੇ ਰਾਜੇ, ਟਾਪੂਆਂ ਦੇ ਰਾਜੇ, ਜਿੱਥੇ ਜਿੱਥੇ ਮਹਾਰਾਜ ਨੇ ਜਾ ਕੇ 17 ਟਾਪੂਆਂ 'ਚ ਚਰਨ ਪਾਏ ਸਨ। ਰਾਜਾ ਕਮਲ ਨੈਣ, ਰਾਜਾ ਮਧੁਰ ਬੈਨ, ਰਾਜਾ ਸੁਦਰਸੈਨ, ਇਹ ਜਿਹੜੇ ਰਾਜੇ ਹੈ ਨਾ, ਇਹ ਵੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਣ ਲੱਗੇ। ਹਾਂਜੀ। ਤੂਰਨ ਆਵਹਿ ਤਜ ਤਜ ਕਾਜਾ। ਸੱਚੇ ਪਾਤਸ਼ਾਹ ਜੀ ਸਮਾਉਣ ਲੱਗੇ ਐ।
ਸਾਰਿਆਂ ਨੇ ਆਪਣੇ ਕੰਮ ਉੱਥੇ ਉੱਥੇ ਹੀ ਛੱਡ ਦਿੱਤੇ ਜੀ। ਸਾਰੇ ਉਹ ਕੰਮ ਛੱਡ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਰਹੇ, ਸਾਡੇ ਸੱਚੇ ਪਾਤਸ਼ਾਹ ਸਰੀਰ ਤਿਆਗ ਰਹੇ ਹੈ। ਹਾਂਜੀ, ਹਿੰਦੂ ਤੁਰਕ ਸੁਨਹਿ ਜੇ ਕੋਈ। ਫਿਰ ਭਾਵੇਂ ਕੋਈ ਹਿੰਦੂ ਸੀ ਤੇ ਭਾਵੇਂ ਕੋਈ ਮੁਸਲਮਾਨ ਸੀ, ਜਿਨੇ ਵੀ ਇਹ ਖਬਰ ਸੁਣੀ, ਆਵਹਿ ਧਾਏ ਦੇਖ ਹੈ ਸੋਈ। ਬਸ ਫਿਰ ਉਹ ਭੱਜਾ ਹੀ ਆਉਂਦਾ ਸੀ ਦਰਸ਼ਨ ਕਰਨ ਵਾਸਤੇ, ਭਾਈ ਕਿਤੇ ਮੈਂ ਪਿੱਛੇ ਨਾ ਰਹਿ ਜਾ। ਹਾਂਜੀ, ਪਾਰਸ ਲੈਨ ਰੰਕ ਜਿਮ ਦੋਰੇ। ਜਿਵੇਂ ਗਰੀਬ ਬੰਦਾ ਹੋਵੇ ਤਾਂ ਪਾਰਸ ਲੈਣ ਦੀ ਦੌੜਦਾ ਨਾ ਜੀ, ਬਸ ਉਵੇਂ ਹੀ ਫਿਰ ਰਾਜੇ ਮਹਾਰਾਜੇ, ਅਮੀਰ ਗਰੀਬ, ਹਿੰਦੂ ਮੁਸਲਮਾਨ, ਮਹਾਰਾਜ ਗਰੀਬ ਨਵਾਜ ਜੀ ਦੇ ਦਰਸ਼ਨ ਕਰਨ ਵਾਸਤੇ ਦੌੜੇ ਹੀ ਆ ਰਹੇ ਹੈ। ਹਾਂਜੀ, ਆਵਹਿ ਮਗ ਗੁਰ ਕੇ ਚੌਫੇਰੇ। ਬਸ ਆਉਂਦੇ ਆ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਵੱਲ ਆਈ ਜਾ ਰਹੇ, ਚਾਰੇ ਪਾਸਿਆਂ ਤੋਂ ਆ ਰਹੇ ਹੈ। ਹਾਂਜੀ, ਨਰ ਨਾਰੀ ਉਰ ਧਾਰ ਹੁਲਾਸੂ। ਹਾਂਜੀ, ਪੇ ਬਿਰਕਤ ਸਮ ਤਜੇ ਅਵਾਸੂ। ਬਸ ਇਸ ਤਰੀਕੇ ਦੇ ਨਾਲ ਮਨੁੱਖ ਇਸਤਰੀਆਂ ਆ ਰਹੇ ਹੈ, ਜਿਵੇਂ ਕੋਈ ਵਿਰਕਤ ਹੋ ਜਾਵੇ ਤੇ ਘਰ ਛੱਡ ਕੇ ਨਹੀਂ ਭੱਜ ਜਾਂਦਾ ਜੀ। ਬਸ ਇਸੇ ਤਰ੍ਹਾਂ ਸੰਗਤਾਂ ਆਪਣੇ ਘਰ ਛੱਡ ਕੇ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਆ ਰਹੀਆਂ, ਕਹਿੰਦੀਆਂ ਪਤਾ ਨਹੀਂ ਮੁੜ ਮਹਾਰਾਜ ਦੇ ਦਰਸ਼ਨ ਇਸ ਤਰ੍ਹਾਂ ਹੋਣੇ ਕਿ ਨਹੀਂ ਹੋਣੇ। ਹਾਂਜੀ, ਗ੍ਰਾਮ ਨਗਰ ਜਹ ਤਹ ਸੁਧ ਹੋਈ। ਕਵੀ ਜੀ ਲਿਖਦੇ, ਜਿਹੜੇ ਪਿੰਡ ਵੀ ਖਬਰ ਪਹੁੰਚ ਗਈ, ਜਿਹੜੇ ਸ਼ਹਿਰ 'ਚ ਖਬਰ ਪਹੁੰਚ ਗਈ। ਹਾਂਜੀ, ਟੋਨਾ ਕਰ ਮੋਹੇ ਜਨ ਸੋਈ। ਤੇ ਕਹਿੰਦੇ ਜਿਵੇਂ ਇੱਕ ਕਹਾਵਤ ਪ੍ਰਚਲਿਤ ਹੈ ਵੀ ਫਲਾਣੇ ਬੰਦੇ ਤੇ ਟੂਣਾ ਹੋ ਗਿਆ, ਕਹਿੰਦੇ ਮਾਨੋ ਟੂਣਾ ਹੀ ਹੋ ਗਿਆ ਸਾਰਿਆਂ ਤੇ, ਸਮਝ ਲਓ ਭਾਵ ਇਸ ਤਰੀਕੇ ਨਾਲ ਸੰਗਤਾਂ ਆ ਰਹੀਆਂ, ਭੱਜੀਆਂ ਹੀ ਆ ਰਹੀਆਂ ਜੀ। ਹਾਂਜੀ, ਬਰਜੇ ਰਹਿ ਨ ਕਿਸੂ ਪ੍ਰਕਾਰਾ। ਲੋਕ ਰੋਕਦੇ ਵੀ ਆ, ਕਈ ਲੋਕ ਘਰਾਂ ਦੇ ਬੀਬੀਆਂ ਨੂੰ ਵੀ ਰੋਕਦੇ, ਬੱਚਿਆਂ ਨੂੰ ਰੋਕਦੇ ਆ, ਬਜ਼ੁਰਗਾਂ ਨੂੰ ਰੋਕਦੇ ਨਹੀਂ ਜੀ। ਭਾਈ ਅਸੀਂ ਆਪਣੇ ਮਹਾਰਾਜ ਦੇ ਦਰਸ਼ਨ ਕਰਨੇ ਆ। ਸਾਧ ਸੰਗਤ ਜੀ, ਮੈਂ ਗੁਰੂ ਸਾਹਿਬ ਤੇ ਬੜੇ ਵੱਡੇ ਆ। ਇੱਕ ਸਿੱਖ ਦਾ ਜ਼ਿਕਰ ਕਰ ਦੇਣਾ। ਆ ਪਿੱਛੇ ਜੇ ਬਾਬਾ ਦਇਆ ਸਿੰਘ ਜੀ ਨੇ ਸਰੀਰ ਤਿਆਗਿਆ ਤੇ ਦਰਸ਼ਨ ਕਰਨ ਵਾਸਤੇ ਜਦੋਂ ਪ੍ਰੇਮੀ ਆਏ, ਪੁਲਿਸ ਵਾਲਿਆਂ ਨੂੰ ਇੱਕ ਮਾਤਾ ਕਹਿਣ ਲੱਗੀ, ਵੇ ਵੀਰਾ ਮੈਨੂੰ ਦਰਸ਼ਨ ਕਰ ਲੈਣ ਦੇ, ਦਰਸ਼ਨ ਕਰਨ ਤੋਂ ਬਾਅਦ ਤੂੰ ਭਾਵੇਂ ਮੈਨੂੰ ਗੋਲੀ ਵੀ ਮਾਰ ਦੇ, ਕੋਈ ਗੱਲ ਨਹੀਂ। ਕਹਿਣ ਲੱਗੀ ਸ਼ਰਧਾ ਪਿਆਰ, ਜੇ ਇੱਕ ਸਿੱਖ ਨਾਲ ਇੰਨਾ ਪਿਆਰ ਹੋ ਸਕਦਾ ਤੇ ਗੁਰੂ ਨਾਨਕ ਸਾਹਿਬ ਤੇ ਗੁਰੂਆਂ ਦੇ ਗੁਰੂ ਹੈ ਜੀ, ਮਹਾਰਾਜ ਤੇ ਆਪ ਪਰਮੇਸ਼ਰ, ਕਿੰਨਾ ਪਿਆਰ ਹੋਏਗਾ ਜੀ। ਲੋਕ ਰੁਕਿਆਂ ਵੀ ਨਹੀਂ ਰੁਕ ਰਹੇ ਜੀ। ਹਾਂਜੀ, ਆਵਹਿ ਗਮਨੇ ਪੁਰ ਕਰਤਾਰਾ। ਬਸ ਆ ਰਹੇ ਆ ਕਈ ਦਰਸ਼ਨ ਕਰਕੇ ਫਿਰ ਥਾਂ ਨਹੀਂ ਹੈਗੀ ਕਰਤਾਰਪੁਰ ਸਾਹਿਬ 'ਚ, ਉਹਨਾਂ ਨੂੰ ਫਿਰ ਹੋਰ ਥਾਵਾਂ ਤੇ ਜਾਣਾ ਪੈ ਰਿਹਾ। ਹਾਂਜੀ, ਜਿਨ ਕੋ ਸ਼ਕਤ ਚਲਨ ਮਗ ਨਾਹੀ। ਸਾਧ ਸੰਗਤ ਜੀ, ਹੁਣ ਜਿਹੜੇ ਤੁਰ ਨਹੀਂ ਸਕਦੇ ਉਹ ਕੀ ਕਰਨ। ਹਾਂਜੀ, ਦੁਰਬਲ ਅੰਗਹੀਨ ਜੇ ਆਹੀ। ਜਿਹੜੇ ਦੁਰਬਲ ਹਨ, ਜਿਨ੍ਹਾਂ ਦੇ ਸਾਧ ਸੰਗਤ ਜੀ ਅੰਗਹੀਣ ਹੈ, ਉਹ ਪਹੁੰਚ ਤੇ ਨਹੀਂ ਸਕਦੇ, ਪਰ ਆਪੋ ਆਪਣੀਆਂ ਥਾਵਾਂ ਤੇ ਬੈਠੇ ਹੀ ਪੈਰਾਗ ਕਰੀ ਜਾਂਦੇ ਜੀ। ਹਾਂਜੀ, ਦੋਹਰਾ ਬਾਤ ਸੁਨਹਿ ਜਿਸ ਨਿਕਟ ਤੇ ਸ਼ਰਵਨ ਦੁਆਰਾ ਸੋਏ। ਤੇ ਫਿਰ ਕਵੀ ਸੰਤੋਖ ਸਿੰਘ ਜੀ ਕਹਿੰਦੇ, ਜਿਹੜੇ ਚੱਲ ਨਹੀਂ ਸਕਦੇ, ਜਿਹੜੇ ਲੰਗੜਾ ਕੇ ਤੁਰਦੇ, ਜਿਨ੍ਹਾਂ ਦੇ ਸਰੀਰ 'ਚ ਤਾਕਤ ਨਹੀਂ ਹੈਗੀ, ਸਮਰੱਥਾ ਨਹੀਂ ਹੈਗੀ, ਜਦੋਂ ਉਹ ਵੀ ਮਹਾਰਾਜ ਜੀ ਦਾ ਐਸੀ ਗੱਲ ਸੁਣਦੇ ਆ ਕਿਸੇ ਕੋਲੋਂ ਵੀ, ਉਹ ਲੰਗੜੇ ਸਾਧ ਸੰਗਤ ਜੀ ਜਿਨ੍ਹਾਂ ਕੋ ਤੁਰਿਆ ਨਹੀਂ ਜਾਂਦਾ, ਜਿਹੜੇ ਸੋਟੀਆਂ ਨੂੰ ਤੁਰਦੇ, ਉਵੇਂ ਹੀ ਤੁਰ ਪਏ ਜੀ, ਉਵੇਂ ਹੀ ਤੁਰ ਪਏ। ਅਸੀਂ ਵੀ ਆਪਣੇ ਗੁਰੂ ਜੀ ਦੇ ਦਰਸ਼ਨ ਕਰਨੇ ਆ। ਹਾਂਜੀ, ਪਾਵਤ ਬਲ ਜਨ ਤਨ ਬਿਖੈ ਚਲਨ ਹਰਖ ਮਨ ਹੋਏ। ਕਹਿਣ ਲੱਗੇ ਉਂਝ ਤੇ ਚੱਲਣ ਲੱਗਿਆ ਉਹਨਾਂ ਨੂੰ ਤੰਗੀ ਹੁੰਦੀ ਹੈ, ਪਰ ਇਸ ਗੱਲ ਕਰਕੇ ਵੀ ਗੁਰੂ ਜੀ ਦੇ ਦਰਸ਼ਨ ਕਰਨ ਜਾਣਾ, ਮੁੜ ਦਰਸ਼ਨ ਨਹੀਂ ਹੋਣੇ, ਫਿਰ ਉਤਸ਼ਾਹ ਬਣ ਜਾਂਦਾ ਜੀ ਉਹਨਾਂ ਦੇ ਮਨ 'ਚ। ਹਾਂਜੀ, ਬਿਦਤ ਚੌਪਈ ਬਿਦਤ ਭਈ ਸੁਧ ਜਹ ਤਹ ਸਾਰੇ। ਜਿੱਥੇ ਕਿੱਥੇ ਨਹੀਂ ਹੈ ਖਬਰ ਫੈਲ ਗਈ ਜੀ ਸਾਰੇ ਕਿਤੇ। ਹਾਂਜੀ, ਲਗੇ ਤਜਿਨ ਤਨ ਪ੍ਰਥਮ ਉਚਾਰੇ। ਸਾਰੇ ਕੀ ਕਹਿੰਦੇ ਆ, ਭਾਈ ਗੁਰੂ ਜੀ ਤੇ ਪਹਿਲਾਂ ਹੀ ਸਰੀਰ ਛੱਡਣ ਲੱਗੇ ਸਨ, ਪਰ ਮਾਤਾ ਜੀ ਦੇ ਕਹਿਣ ਤੇ ਮਹਾਰਾਜ 2 ਦਿਨ ਵਾਸਤੇ ਰੁਕ ਗਏ ਐ।
ਇਹ ਖਬਰ ਪਤਾ ਲੱਗ ਗਈ ਸੰਸਾਰ ਦੇ ਵਿੱਚ ਵੀ ਮਹਾਰਾਜ ਹੁਣ ਸਰੀਰ ਤਿਆਗ ਦੇਣਗੇ। ਹਾਂਜੀ, ਜਿਹ ਜਿਹ ਸੁਨੀ ਸ਼ਕਤ ਦੇਹ ਆਵਨ, ਧਾਏ ਨਰ ਨਿਜ ਦੋਖ ਨਸਾਵਨ। ਬਸ ਜਿਸ ਵਿੱਚ ਆਉਣ ਦੀ ਸ਼ਕਤੀ ਸੀ ਉਹ ਤੇ ਆਪਣੇ ਪਾਪਾਂ ਨੂੰ ਦੂਰ ਕਰਨ ਵਾਸਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਆਉਣ ਲੱਗ ਪਏ ਜੀ। ਤੁਸੀਂ ਹਿਸਾਬ ਲਾਓ ਵੀ ਲੱਖਾਂ ਦਾ ਇਕੱਠ ਹੋ ਗਿਆ ਹੋਏਗਾ ਜੀ। ਹਾਂਜੀ, ਸ਼੍ਰੀ ਮੁਖ ਸ੍ਰੀ ਮੁਖ ਸੋ ਅਸ ਆਇਸ ਹੋਈ। ਮਹਾਰਾਜ ਗਰੀਬ ਨਵਾਜ ਜੀ ਸੱਚੇ ਪਾਤਸ਼ਾਹ ਜੀ ਨੇ ਵੀ ਆਗਿਆ ਕੀਤੀ ਜੀ। ਹਾਂਜੀ, ਦੇਗ ਆਹਾਰ ਅਚੈ ਸਭ ਕੋ। ਭਾਈ ਸਾਰੇ ਹੀ ਲੰਗਰ ਵਿੱਚੋਂ ਪ੍ਰਸ਼ਾਦਾ ਛਕੋ, ਪ੍ਰਸ਼ਾਦੇ ਤੋਂ ਬਗੈਰ ਨਾ ਕੋਈ ਜਾਵੇ। ਹਾਂਜੀ, ਨੀਚ ਕੇ ਊਚ ਰਾਏ ਕੈ ਰਾਣਾ। ਕਿ ਲੋ ਸਾਧ ਸੰਗਤ ਗਰੀਬ ਅਮੀਰ ਰਾਜਾ ਰਾਣਾ। ਹਾਂਜੀ, ਭੋਜਨ ਖਾਏ ਦੇਗ ਤੇ ਨਾਨਾ। ਬਸ ਸਾਰੇ ਲੰਗਰ ਵਿੱਚ ਪੰਗਤ ਵਿੱਚ ਬੈਠ ਕੇ ਭੋਜਨ ਛਕ ਰਹੇ ਐ। ਬੜੇ ਬੜੇ ਰਾਜੇ ਆਏ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਹਾਂਜੀ, ਆਪਣਾ ਕੋ ਨਾ ਕਰਹਿ ਪੁਰ ਆਏ। ਹਾਂਜੀ। ਸੁਨ ਸਿੱਖਨ ਸਭ ਹੂਨ ਸੁਨਾਏ। ਮਹਾਰਾਜ ਗਰੀਬ ਨਵਾਜ ਜੀ ਨੇ ਸਾਰਿਆਂ ਨੂੰ ਕਹਿਤਾ ਭਾਈ ਕੋਈ ਵੱਖਰਾ ਨਾ ਲੰਗਰ ਬਣਾਵੇ। ਕਰਤਾਰਪੁਰ ਵਿੱਚ ਆ ਕੇ ਸ੍ਰੀ ਕਰਤਾਰਪੁਰ ਸਾਹਿਬ 'ਚ ਸਾਰੇ ਇੱਥੇ ਆ ਕੇ ਪ੍ਰਸ਼ਾਦਾ ਛਕਣ। ਹਾਂਜੀ, ਅਸ਼ਟਮ ਦਿਵਸ ਬਤੀਤਿਓ ਸੋਈ। ਇਸ ਤਰੀਕੇ ਨਾਲ ਸਾਧ ਸੰਗਤ ਜੀ 8ਵੀਂ ਵਾਲਾ ਜਿਹੜਾ ਦਿਨ ਹੈ ਉਹ ਵੀ ਬਤੀਤ ਹੋ ਗਿਆ। ਸ਼੍ਰੀ ਗੁਰ ਨਿਕਟ ਪੀਰ ਬਹੁ ਹੋਈ। ਬਸ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਲਾਗੇ ਦਰਸ਼ਨ ਕਰਨ ਵਾਲੀਆਂ ਸੰਗਤਾਂ ਦਾ ਤਾਂਤਾ ਹੀ ਲੱਗ ਗਿਆ ਜੀ। ਲਾਈਨ ਨਹੀਂ ਟੁੱਟਦੀ ਦਰਸ਼ਨ ਕਰਨ ਵਾਲਿਆਂ ਦੀ। ਹਾਂਜੀ, ਏਕ ਸਹਸ ਦੋ ਸਹਸ ਕੇ ਟੋਲਾ। 1000 2-2000 ਸੰਗਤਾਂ ਦੇ ਟੋਲੇ ਹਜ਼ਾਰਾਂ ਦੀ ਗਿਣਤੀ 'ਚ ਪਹੁੰਚ ਰਹੇ ਜੀ। ਹਾਂਜੀ, ਆਏ ਹਟਹਿ ਕਰ ਦਰਸ ਅਮੋਲਾ। ਮਹਾਰਾਜ ਗਰੀਬ ਨਵਾਜ ਜੀ ਦੇ ਆ ਕੇ ਦਰਸ਼ਨ ਕਰਦੇ ਆ। ਦਰਸ਼ਨ ਕਰਕੇ ਜਿੱਥੇ ਜਿੱਥੇ ਥਾਂ ਮਿਲਦੀ ਉੱਥੇ ਉੱਥੇ ਪਹੁੰਚ ਜਾਂਦੇ। ਮਹਾਰਾਜ ਨੇ ਗਏ ਵੀ ਤੇ ਬੜੀਆਂ ਥਾਵਾਂ ਤੇ। ਮਹਾਰਾਜ ਕਿੰਨੇ ਨਗਰਾਂ ਵਿੱਚ ਸੱਚੇ ਪਾਤਸ਼ਾਹ ਜੀ ਗਏ, ਕਿੰਨੇ ਨਗਰਾਂ ਨੂੰ ਤਾਰਿਆ ਮਹਾਰਾਜ ਨੇ। ਹਾਂਜੀ, ਮਿਲਹਿ ਪਰਸ ਪਰਸੁ ਜਸ ਸੁਨਾਵਹਿ। ਸਾਰੇ ਬੇਨਤੀਆਂ ਕਰਦੇ ਮਹਾਰਾਜ ਜੀ ਦਾ ਜਸ ਕਰਦੇ। ਹਾਂਜੀ, ਸ਼੍ਰੀ ਨਾਨਕ ਗਾਵਹਿ। ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਸਾਰੇ ਮਹਾਰਾਜ ਜੀ ਦਾ ਜਸ ਕਰਦੇ ਹਨ। ਜੈ ਜੈਕਾਰ ਜਹਾਂ ਤਹ ਹੋਵਤ। ਬਸ ਜਿੱਥੇ ਕਿੱਥੇ ਨਹੀਂ ਜਗਤ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਗੇ ਲਾਗੇ ਸੰਗਤਾਂ ਹੀ ਸੰਗਤਾਂ, ਸੰਗਤਾਂ ਹੀ ਸੰਗਤਾਂ ਸਾਰੇ ਮਹਾਰਾਜ ਦੀ ਜੈ ਜੈਕਾਰ ਕਰ ਰਹੇ ਹੈ। ਸਾਰੇ ਸਤਿਗੁਰਾਂ ਦੀ ਵੱਡੀ ਵਡਿਆਈ ਕਰ ਰਹੇ ਹਨ। ਮਨਹੁ ਕੋ ਕਰਮਨ ਕੀ ਮਲ ਧੋਵਤ। ਸੰਗਤ ਜੀ ਇੱਕ ਗੱਲ ਚੇਤਾ ਰੱਖਿਓ, ਗੁਰੂ ਦੀ ਜੈ ਜੈਕਾਰ ਕਰਨ ਦੇ ਨਾਲ ਮਨ ਨੇ ਜਿਹੜੇ ਕੁਕਰਮ ਕੀਤੇ ਹੁੰਦੇ ਨਾ, ਮਾੜੇ ਕਰਮ ਕੀਤੇ ਹੁੰਦੇ ਆ, ਉਹਦੀ ਜਿਹੜੀ ਮੈਲ ਲੱਗੀ ਹੁੰਦੀ ਉਹ ਧੁੱਪ ਜਾਂਦੀ ਹੈ। ਗੱਜ ਕੇ ਕਹੋ ਧੰਨ ਗੁਰੂ ਨਾਨਕ, 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 ਧੰਨ ਗੁਰੂ ਨਾਨਕ। ਇਹ ਗੱਲ ਕਹਿਣ 'ਚ ਵੀ ਬੜਾ ਫਲ 'ਚ ਮਨ ਤੇ ਲੱਗੀ ਹੋਈ ਮੈਲ ਉਤਰਦੀ ਹੈ। ਸੰਗਤਾਂ ਮਹਾਰਾਜ ਦਾ ਜਸ ਕਰਦੀਆਂ ਤੇ ਮਨੋਂ ਲੱਗੀ ਹੋਈ ਮੈਲ ਜਿਨ੍ਹਾਂ ਜਿਨ੍ਹਾਂ ਪ੍ਰੇਮੀਆਂ ਦੇ ਕੁਕਰਮਾਂ ਦੀ ਮੈਲ ਲੱਗੀ ਲੱਥ ਜਾਂਦੀ ਹੈ। ਦੇਖਹਿ ਕਰੁਣਾ ਦ੍ਰਿਸ਼ਟ ਕਿਰਪਾਲਾ। ਮਹਾਰਾਜ ਫਿਰ ਸਾਰਿਆਂ ਤੇ ਕਿਰਪਾ ਦ੍ਰਿਸ਼ਟੀ ਨਾਲ ਵੇਖਦੇ ਆ, ਸਭਨਾਂ ਉੱਤੇ ਮਿਹਰ ਕਰਦੇ ਆ ਸੱਚੇ ਪਾਤਸ਼ਾਹ। ਹਾਂਜੀ, ਜਸ ਇੱਛਾ ਤਸ ਪੁਰਹਿ ਦਿਆਲਾ। ਬਸ ਜਿਵੇਂ ਕਿਸੇ ਦੀ ਇੱਛਾ ਹੁੰਦੀ ਹੈ ਨਾ, ਮਹਾਰਾਜ ਗਰੀਬ ਨਵਾਜ ਉਵੇਂ ਪੂਰੀ ਵੀ ਕਰੀ ਜਾਂਦੇ। ਵੇਖੋ ਨਾ ਜੀ, ਅੰਤਮ ਸਮੇਂ ਦਰਸ਼ਨ ਕਰਨ ਆਏ ਆ ਤੇ ਮਹਾਰਾਜ ਨੇ ਇੱਛਾ ਅਧੂਰੀ ਥੋੜੀ ਰਹਿਣ ਦੇਣੀ ਜੀ। ਹਾਂਜੀ, ਵਿਪਰ ਬੈਸ ਖਤਰੀ ਬਹੁ ਆਏ। ਬੜੇ ਬੜੇ ਵਿਪਰ ਆਏ ਮਹਾਰਾਜ ਗਰੀਬ ਨਵਾਜ ਜੀ ਦੇ ਕੋਲ, ਬ੍ਰਾਹਮਣ ਆਏ, ਬੜੇ ਬੜੇ ਵੈਸ਼ ਆਏ, ਬੜੇ ਬੜੇ ਖੱਤਰੀ ਆਏ ਜੀ। ਹਾਂਜੀ, ਸ਼ੂਦਰ ਤੁਰਕ ਭੀਰ ਤਰ ਭਾਏ। ਬੜੇ ਬੜੇ ਸ਼ੂਦਰ ਵੀ ਆਏ ਆ, ਤੁਰਕ ਮਹਾਰਾਜ ਗਰੀਬ ਨਵਾਜ ਜੀ ਦੀ ਹਜ਼ੂਰੀ ਵਿੱਚ ਆਏ ਆ। ਹਾਂਜੀ, ਜੇ ਮੁਲਤਾਨ ਮਦੀਨੇ ਮਾਹੀ। ਜਿਹੜੇ ਮੁਲਤਾਨ ਵਿੱਚ ਸਨ ਉਹ ਵੀ ਮਹਾਰਾਜ ਦੇ ਕੋਲ ਆਏ ਆ।
ਜਿਹੜੇ ਮਦੀਨੇ ਦੇ ਵਿੱਚ ਤੁਰਕ ਸਨ, ਮਹਾਰਾਜ ਜੀ ਦੇ ਚਰਨਾਂ ਦੇ ਭੌਰੇ, ਉਹ ਵੀ ਸ੍ਰੀ ਕਰਤਾਰਪੁਰ ਸਾਹਿਬ ਚੱਲ ਕੇ ਆਏ ਉਸ ਸਮੇਂ। ਹਾਂਜੀ। ਮੱਕੇ ਪੀਰ ਸ਼ਕਤ ਧਰ ਆਹੀ। ਮੱਕੇ ਦੇ ਪੀਰ ਜਿਹੜੇ ਆ ਬੜੀਆਂ ਬੜੀਆਂ ਸ਼ਕਤੀਆਂ ਦੇ ਮਾਲਕ, ਉਹ ਵੀ ਆਪਣੀ ਸ਼ਕਤੀ ਦੇ ਨਾਲ ਮਹਾਰਾਜ ਗਰੀਬ ਨਵਾਜ ਜੀ ਦੇ ਕੋਲ ਆ ਗਏ। ਗੁਰਸੁਧ ਸੁਨਤ ਬੇਗ ਸੋ ਆਏ। ਜਦੋਂ ਉਹਨਾਂ ਨੂੰ ਵੀ ਪਤਾ ਲੱਗਾ ਨਾ ਮਹਾਰਾਜ ਸਰੀਰ ਤਿਆਗ ਰਹੇ, ਬਸ ਝੱਟ ਹੀ ਆ ਗਏ ਜੀ ਉਹ ਵੀ। ਹਾਂਜੀ। ਦਰਸ਼ਨ ਕਰਹਿ ਜਨਮ ਫਲ ਪਾਏ। ਬਸ ਰੱਜ ਰੱਜ ਕੇ ਗੁਰੂ ਦੇ ਦਰਸ਼ਨ ਕਰਿਆ ਕਰੋ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਉਹ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਆਪਣਾ ਜਨਮ ਸਫਲਾ ਕਰ ਰਹੇ ਸਾਰੇ। ਹਾਂਜੀ। ਅੰਬੀਏ ਬਹੁਰ ਓਲੀਏ ਜੇਈ। ਅੰਬੀਏ ਬਹੁਰ ਓਲੀਏ ਜੇਈ, ਜਿਹੜੇ ਬੜੇ ਬੜੇ ਨਬੀ ਹੈ, ਬੜੇ ਬੜੇ ਵਲੀ ਹੈ। ਹਾਂਜੀ। ਹੁਤੇ ਪੈਗੰਬਰ ਆਏ ਤੇਈ। ਬੜੇ ਬੜੇ ਪੈਗੰਬਰ ਉਹ ਵੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਪਤਾ ਕਿਉਂ ਜੀ? ਮਹਾਰਾਜ ਨੇ ਕਿਸੇ ਨਾਲ ਲੜਾਈ ਝਗੜਾ ਨਹੀਂ ਕੀਤਾ, ਮਹਾਰਾਜ ਨੇ ਸਭਨਾਂ ਨੂੰ ਖੁਸ਼ੀ ਦਿੱਤੀ ਜੀ। ਇਸ ਕਰਕੇ ਸਾਰੇ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਰਹੇ ਹਨ। ਸਭ ਕੋ ਆਇਸ ਖਾਨ ਆਹਾਰਾ। ਮਹਾਰਾਜ ਨੇ ਸਾਰਿਆਂ ਨੂੰ ਹੁਕਮ ਕੀਤਾ। ਕੀ ਹੁਕਮ ਕੀਤਾ? ਭਾਈ ਪ੍ਰਸ਼ਾਦਾ ਛਕੋ, ਪ੍ਰਸ਼ਾਦਾ ਛਕੋ ਸਾਰੇ। ਹਾਂਜੀ। ਵਰਤੈ ਦੇਗ ਸੋ ਪ੍ਰਥਮ ਪ੍ਰਕਾਰਾ। ਲੰਗਰ ਪਹਿਲਾਂ ਵਾਂਗ ਹੀ ਚੱਲ ਰਿਹਾ। ਬੜਾ ਕੁਝ ਮਹਾਰਾਜ ਨੇ ਲੰਗਰ ਵਿੱਚ ਬਣਵਾਇਆ ਜੀ। ਹਾਂਜੀ। ਜਦਪ ਅਨਗਨ ਮਾਨਵ ਭੀਰੰ, ਟੋਟ ਨ ਆਵਤ ਭਈ ਗਹੀਰੰ। ਭਾਵੇਂ ਹਜ਼ਾਰਾਂ ਲੱਖਾਂ ਦੀ ਗਿਣਤੀ ਚ ਲੋਕ ਆਏ ਆ, ਪਰ ਗੁਰੂ ਨਾਨਕ ਸਾਹਿਬ ਦਾ ਲੰਗਰ ਨਹੀਂ ਮੁੱਕ ਰਿਹਾ। ਮੈਂ ਇੱਥੇ ਬੇਨਤੀ ਕਰਾਂਗਾ, ਆ ਲੋਕਡਾਊਨ ਹੋਇਆ, ਕਰਫਿਊ ਲੱਗੇ, ਦੇਸ਼ਾਂ ਵਿੱਚ ਹੀ ਕਰਫਿਊ ਲੱਗ ਗਏ, ਲੋਕਡਾਊਨ ਵੀ ਹੋਏ, ਪਰ ਸਾਧ ਸੰਗਤ ਇਸ ਸਮੇਂ ਦੌਰਾਨ ਗੁਰੂ ਨਾਨਕ ਸਾਹਿਬ ਦੀ ਸਿੱਖੀ ਉਭਰੀ ਹੈ, ਉਭਰੀ ਹੈ। ਗੁਰੂ ਨਾਨਕ ਦੇ ਸਿੱਖਾਂ ਦਾ ਪ੍ਰਚਾਰ ਹੋਇਆ। ਕਿਉਂ? ਕਿਉਂਕਿ ਸਾਧ ਸੰਗਤ ਦੀ ਅਮਰੀਕਾ ਵਰਗੇ ਵੱਡੇ ਦੇਸ਼, ਉੱਥੋਂ ਦੇ ਵੀ ਅਧਿਕਾਰੀ ਕਹਿੰਦੇ ਆ ਹਰ ਸਥਾਨ ਤੇ ਗੁਰਦੁਆਰਾ ਹੋਣਾ ਚਾਹੀਦਾ ਹੈ। ਹਰ ਦੇਸ਼ 'ਚ, ਹਰ ਇਲਾਕੇ 'ਚ ਗੁਰਦੁਆਰਾ ਸਾਹਿਬ ਹੋਣਾ ਚਾਹੀਦਾ ਹੈ। ਕਿਉਂ? ਲੱਖਾਂ ਨੂੰ, ਕਰੋੜਾਂ ਨੂੰ ਹੀ ਗੁਰੂ ਕੇ ਸਿੱਖਾਂ ਨੇ ਪ੍ਰਸ਼ਾਦਾ ਛਕਾ ਦਿੱਤਾ ਜੀ, ਪ੍ਰਸ਼ਾਦਾ ਛਕਾਇਆ ਜੀ। ਸੋ ਇਸ ਕਰਕੇ ਭਾਈ ਸਾਹਿਬ, ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਬੇਸ਼ੱਕ ਮਨੁੱਖਾਂ ਦੀ ਗਿਣਤੀ ਅਣਗਿਣਤ ਹੈ, ਪਰ ਲੰਗਰ 'ਚ ਤੋਟਾ ਨਹੀਂ ਆਇਆ। ਦੇਖਤ ਬਿਸਮੈ ਹੋਇ ਨਰ ਜਾਹੀ। ਤੇ ਲੋਕ ਹੈਰਾਨ ਹੁੰਦੇ ਆ ਕੇ ਵੇਖਦੇ ਆ। ਹਾਂਜੀ। ਇਤੋ ਆਹਾਰ ਆਏ ਕਿਸ ਥਾਈ। ਇੰਨਾ ਭੋਜਨ ਆ ਕਿੱਥੋਂ ਰਿਹਾ? ਇੰਨਾ ਪ੍ਰਸ਼ਾਦਾ ਆ ਕਿੱਥੋਂ ਰਿਹਾ ਹੈ? ਲੱਖ ਨਾ ਸਕੈ ਸਭ ਕੀ ਮਤ ਹਾਰੀ। ਸਮਝ ਨਹੀਂ ਆ ਰਹੀ, ਸਮਝ ਨਹੀਂ ਆ ਰਹੀ। ਤੇ ਮਤ ਹਾਰ ਗਈ, ਪਰ ਲੰਗਰ ਨਾ ਮੁੱਕਿਆ ਜੀ। ਹਾਂਜੀ। ਧੰਨ ਧੰਨ ਸ਼੍ਰੀ ਗੁਰ ਉਚਾਰੀ। ਤੇ ਸਾਧ ਸੰਗਤ ਗੁਰੂ ਦਾ ਲੰਗਰ ਵੇਖ ਕੇ ਫਿਰ ਸਾਰੇ ਸਤਿਗੁਰੂ ਨੂੰ ਧੰਨ ਧੰਨ ਹੀ ਕਹਿ ਰਹੇ। ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਹਾਂਜੀ। ਪੀਰ ਪ੍ਰਭੂ ਕੇ ਭਈ ਚੁਫੇਰੇ। ਤੇ ਮਹਾਰਾਜ ਗਰੀਬ ਨਵਾਜ ਜੀ ਦੇ ਆਲੇ ਦੁਆਲੇ ਬੜੀ ਸੰਗਤ ਬੈਠ ਗਈ ਆ ਕੇ। ਹਾਂਜੀ। ਬੰਦੇ ਚੰਨ ਹੈ ਭਾਗ ਬਡੇਰੇ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਦੀਆਂ ਐ ਤੇ ਆਪਣੇ ਵੱਡੇ ਭਾਗ ਸੰਗਤਾਂ ਜਾਣਦੀਆਂ ਹਨ। ਜਨਮ ਹਮਾਰੋ ਸਫਲੋ ਹੋਵਾ। ਸੰਗਤਾਂ ਪਤਾ ਕੀ ਕਹਿੰਦੀਆਂ? ਵੀ ਮਹਾਰਾਜ ਦੇ ਦਰਸ਼ਨ ਕਰਕੇ ਤੇ ਜਨਮ ਹੀ ਸਫਲਾ ਹੋ ਗਿਆ। ਐਸੇ ਸਮੇਂ ਦਰਸ਼ਨ ਮਿਲ ਗਏ, ਮੁੜ ਪਤਾ ਹੀ ਨਹੀਂ ਸੀ ਦਰਸ਼ਨ ਹੋਣੇ ਕਿ ਨਹੀਂ। ਹਾਂਜੀ। ਜਗ ਗੁਰ ਕੋ ਇਸ ਛਿਨ ਮੁਖ ਜੋਵਾ। ਐਸੇ ਸਮੇਂ ਮਹਾਰਾਜ ਦੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ, ਅਸੀਂ ਤੇ ਧੰਨ ਹੋ ਗਏ। ਹਾਂਜੀ। ਛਪੇ ਛੰਦ 84 ਜੇ ਸਿੱਧ ਨਾਥ, ਨੋ ਜਤੀ ਮਿਲੇ ਤਬ। ਸਾਧ ਸੰਗਤ ਜੀ 84 ਸਿੱਧ ਜਿਹੜੇ ਸਨ, 9 ਜਤੀ ਨਾਥ ਜਿਹੜੇ ਸਨ। ਸੁਧ ਸੁਨ ਸ਼ਰੋਨਨ ਬਿਖੈ, ਸੰਗ ਗੋਰਖ ਲੈ ਕੇ ਸਭ। ਤੇ ਸਾਧ ਸੰਗਤ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਮਹਾਰਾਜ ਸਰੀਰ ਤਿਆਗ ਰਹੇ ਹੈ,
ਤੇ ਗੋਰਖਨਾਥ ਸਾਰੇ ਸਿੱਧਾਂ ਨੂੰ ਨਾਥਾਂ ਨੂੰ ਆਪਣੇ ਨਾਲ ਲੈ ਕੇ ਗਮਨ ਕੀਨ ਤਤਕਾਲ ਆਏਗੇ ਪੁਰ ਕਰਤਾਰਾ। ਤੇ ਸਾਧ ਸੰਗਤ ਜੀ ਉਹਨਾਂ ਨੇ ਗਮਨ ਭਾਵ ਮਹਾਰਾਜ ਸੱਚੇ ਪਾਤਸ਼ਾਹ ਵੱਲ ਚਾਲਾ ਪਾਇਆ। ਹਾਂਜੀ, ਦਰਸ਼ਨ ਕਰ ਹਰ ਖਾਏ ਬਦਨ ਆਦੇਸ਼ ਉਚਾਰਾ। ਦਰਸ਼ਨ ਕਰ ਹਰ ਖਾਏ, ਸਾਰੇ ਮਹਾਰਾਜ ਦੇ ਦਰਸ਼ਨ ਕਰਦੇ। ਸਿੱਧ ਵੀ ਮਹਾਰਾਜ ਦੇ ਸਿੱਖ ਬਣੇ ਸਨ, ਸਿੱਧਾਂ ਨੇ ਵੀ ਮੱਥਾ ਟੇਕਿਆ ਸੀ ਮਹਾਰਾਜ ਨੂੰ। ਸੋ ਹੁਣ ਫਿਰ ਆ ਕੇ 84 ਸਿੱਧ 9 ਨਾਥ 9 ਜਤੀ ਮਹਾਰਾਜ ਗਰੀਬ ਨਵਾਜ ਜੀ ਨੂੰ ਮੱਥਾ ਟੇਕਦੇ ਹਨ। ਪ੍ਰਭ ਜਥਾ ਜੋਗ ਸਨਮਾਨ ਕਰ ਮ੍ਰਿਦੁਲ ਬਚਨ ਕਰ ਪਰਸ ਪਰ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਸਾਧ ਸੰਗਤ ਜੀ ਸਾਰੇ ਮੱਥਾ ਟੇਕਦੇ ਆ। ਮਹਾਰਾਜ ਸਾਰਿਆਂ ਦਾ ਹੀ ਆਦਰ ਕਰਦੇ ਆ, ਸਨਮਾਨ ਕਰਦੇ ਆ, ਮਿੱਠੇ ਬੋਲ ਬੋਲਦੇ ਸੱਚੇ ਪਾਤਸ਼ਾਹ। ਹਾਂਜੀ, ਪੁਨ ਤਟ ਡੇਰਾ ਆਰਾਵਤੀ ਕਰਿਓ ਹਿਰਦੇ ਆਨੰਦ ਭਰ। ਤੇ ਫਿਰ ਮਹਾਰਾਜ ਗਰੀਬ ਨਵਾਜ ਜੀ ਦੇ ਦਰਸ਼ਨ ਕਰਕੇ ਹਿਰਦਿਆਂ ਵਿੱਚ ਆਨੰਦ ਧਾਰਨ ਕਰਕੇ ਸਿੱਧਾਂ ਨੇ ਰਾਵੀ ਦੇ ਕੰਢੇ ਆਪਣਾ ਡੇਰਾ ਲਾ ਲਿਆ ਜੀ। ਸੰਗਤਾਂ ਬਹੁਤ ਸਨ। ਹਾਂਜੀ, ਤਿਹ ਅਨ ਮਿਖ ਮੁਖ ਭਈ ਅਰੁਣਤਾ ਜੋਤ ਪ੍ਰਕਾਸ਼ੀ। ਕਹਿੰਦੇ ਉਸ ਸਮੇਂ ਮਹਾਰਾਜ ਗਰੀਬ ਨਵਾਜ ਜੀ ਦਾ ਮੁਖ ਹੈ ਲਾਲ ਹੋਇਆ ਪਿਆ ਜੀ। ਮੁੱਖ ਮੰਡਲ ਤੇ ਕਿਸੇ ਪ੍ਰਕਾਰ ਦਾ ਕੋਈ ਐਸੀ ਗੱਲ ਨਹੀਂ ਵੀ ਸਰੀਰ ਤਿਆਗਣਾ ਹੈ। ਹਾਂਜੀ, ਸਵਤਾ ਦਿਪਤ ਪ੍ਰਭਾਤ ਸਿੱਖ ਮੁਖ ਅਪਜਬਗਾਸੀ। ਕਹਿੰਦੇ ਜਿਵੇਂ ਸੂਰਜ ਚੜ੍ਹਦਾ ਤੇ ਲਾਲੀ ਹੁੰਦੀ ਹੈ, ਬਸ ਇਸੇ ਤਰ੍ਹਾਂ ਲਾਲੀ ਦੇ ਨਾਲ ਮਹਾਰਾਜ ਦਾ ਚਿਹਰਾ ਪ੍ਰਕਾਸ਼ ਰਿਹਾ। ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਬਹੁਤ ਵਧੀਆ ਹੋ ਰਹੇ ਹੈ। ਚੱਖ ਚਕੌਰ ਚਿਤਵੰਤ ਚੰਦਰਮਾ ਚਾਰ ਬਦਨ ਛਬ। ਚੱਖ ਚਕੋਰ ਚਿਤਵੰਤ ਚੰਦਰਮਾ, ਕਹਿੰਦੇ ਆ ਜਿਵੇਂ ਚੰਦਰਮਾ ਵੱਲ ਚਕੋਰ ਫਿਰ ਇੱਕ ਨਿਗਾਹ ਲਾ ਕੇ ਵੇਖਦੀ ਹੈ, ਸੋਹਣਾ ਉਹਨੂੰ ਲੱਗਦਾ ਚੰਦਰਮਾ। ਹਾਂਜੀ, ਦਰਸ਼ਨ ਕਰ ਸੁਖ ਪਾਏ ਰਹੇ ਬਿਸਮਾਏ ਹਿਰਦੇ ਸਭ। ਤੇ ਸਾਧ ਸੰਗਤ ਦਰਸ਼ਨ ਕਰ ਸੁਖ ਪਾਏ ਰਹੇ ਬਿਸਮਾਏ ਹਿਰਦੇ ਸਭ। ਇਸ ਤਰੀਕੇ ਨਾਲ ਸਾਰੇ ਦਰਸ਼ਨ ਕਰਕੇ ਸੁਖ ਪਾ ਰਹੇ ਆ। ਜਿਵੇਂ ਚੰਦ ਨੂੰ ਵਾਹਿਗੁਰੂ, ਜਿਵੇਂ ਚਕੋਰ ਨੂੰ ਚੰਦ ਵੇਖ ਕੇ ਖੁਸ਼ੀ ਮਿਲਦੀ ਹੈ। ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ। ਇਸੇ ਤਰ੍ਹਾਂ ਸਿੱਖ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਦੇ ਆ, ਸਿੱਖਾਂ ਨੂੰ ਖੁਸ਼ੀ ਮਿਲਦੀ ਮਹਾਰਾਜ ਦੇ ਦਰਸ਼ਨ ਕਰਕੇ। ਹਾਂਜੀ, ਇਸ ਬਿਦ ਪ੍ਰਤਾਪ ਅਦਭੁਤ ਭਇਓ ਕਹਿ ਨ ਜਾਏ ਕਵ ਅਲਪਤਾ ਮਤ। ਕਵੀ ਸੰਤੋਖ ਸਿੰਘ ਕਹਿੰਦੇ ਸੰਗਤ ਜੀ ਮੇਰੀ ਮੱਤ ਬੜੀ ਥੋੜੀ ਹੈ, ਮੇਰੀ ਮੱਤ ਥੋੜੀ ਹੈ, ਮੈਂ ਸਾਰੀ ਗੱਲ ਤੁਹਾਨੂੰ ਦੱਸ ਨਹੀਂ ਸਕਦਾ। ਕੌਣ ਕੌਣ ਉਸ ਸਮੇਂ ਆਇਆ, ਕਿਹੋ ਜਿਹਾ ਮਹਾਰਾਜ ਦਾ ਪ੍ਰਤਾਪ ਸੀ ਉਸ ਸਮੇਂ। ਹਾਂਜੀ, ਸਭ ਅਹਪਤ ਗੁਣਪਤ ਸਾਰਦਾ ਲਖ ਨ ਸਕਹਿ ਜਿਹ ਅਲਖ ਗਤ। ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਨੇ ਸਰੀਰ ਤਿਆਗਣਾ, ਸ਼ੇਸ਼ ਨਾਗ ਵੀ ਮਨੁੱਖਾ ਸਰੀਰ ਧਾਰਨ ਕਰਕੇ ਨਾਗਾਂ ਦਾ ਮੁਖੀ ਕਿਸੇ ਨਾ ਕਿਸੇ ਰੂਪ ਚ ਆ ਕੇ ਉਹ ਵੀ ਮਹਾਰਾਜ ਦੇ ਦਰਸ਼ਨ ਕਰ ਗਿਆ। ਕਿਉਂ? ਇਹ ਉਹੋ ਹੀ ਸ਼ੇਸ਼ ਨਾਗ 'ਚ ਜਦੋਂ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਖੇਤੀ ਕਰਦੇ ਸਨ, ਆਰਾਮ ਕਰ ਰਹੇ, ਤੇ ਸ਼ੇਸ਼ ਨਾਗ ਨੇ ਮਹਾਰਾਜ ਦੇ ਮੁਖ ਤੇ ਆ ਕੇ ਛਾਂ ਕੀਤੀ ਸੀਗੀ ਜੀ। ਸ਼ੇਸ਼ ਨਾਗ ਵੀ ਕਿਸੇ ਰੂਪ 'ਚ ਆ ਕੇ ਦਰਸ਼ਨ ਕਰ ਗਿਆ, ਕਿਉਂਕਿ ਮਹਾਰਾਜ ਨੇ ਸ਼ੇਸ਼ ਨਾਗ ਨੂੰ ਵੀ ਠੰਡ ਹੀ ਦਿੱਤੀ ਹੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਅਹਪਤ ਸ਼ੇਸ਼ ਨਾਗ। ਗਣਪਤ ਕੌਣ ਹੈ? ਗਣੇਸ਼ ਜੀ। ਸਰਸਵਤੀ, ਇਹ ਆਪੋ ਆਪਣੇ ਰੂਪ ਹੋਰ ਹੋਰ ਬਣਾ ਕੇ ਨਾ ਤੇ ਮਹਾਰਾਜ ਗਰੀਬ ਨਵਾਜ ਜੀ ਦੇ ਆ ਕੇ ਦਰਸ਼ਨ ਕਰਦੇ ਆ। ਕਿਉਂ? ਗੁਰੂ ਸਾਹਿਬ ਮਹਾਰਾਜ ਜੀ ਦੀ ਸੇਵਾ, ਗੁਰੂ ਜੀ ਦੇ ਦਰਸ਼ਨ ਹੀ ਇੰਨੇ ਵੱਡੇ ਹਨ। ਇੰਨੇ ਵੱਡੇ ਗੁਰੂ ਜੀ ਦੇ ਦਰਸ਼ਨ ਨੇ ਸੱਚੇ ਪਾਤਸ਼ਾਹ ਜੀ ਦੇ। ਤੇ ਮਹਾਰਾਜ ਗਰੀਬ ਨਵਾਜ ਜੀ ਦੀ ਸੇਵਾ ਨੂੰ ਤੇ ਦੇਵਤੇ ਵੀ ਤਰਸਦੇ ਜੇ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਨੂੰ। ਸਾਰੇ ਆ ਕੇ ਸਾਧ ਸੰਗਤ ਜੀ ਮਹਾਰਾਜ ਗਰੀਬ ਨਵਾਜ ਜੀ ਦੇ ਦਰਸ਼ਨ ਕਰਦੇ ਆ। ਨਾ ਲਖੀ ਜਾਣ ਵਾਲੀ ਸੱਚੇ ਪਾਤਸ਼ਾਹ ਜੀ ਦੀ ਗਤੀ ਨੂੰ ਆ ਕੇ ਨਮਸਕਾਰ ਕਰਦੇ ਹਨ।
ਨੌਮੀ ਕੇ ਦਿਨ ਅਮਰ ਧਰੇ ਮਨੁੱਖ ਤਨ ਆਏ। ਨੌਵੀਂ ਵਾਲੇ ਦਿਨ ਫਿਰ ਦੇਵਤੇ ਵੀ ਮਨੁੱਖਾ ਦਾ ਸਰੀਰ ਧਾਰਨ ਕਰਕੇ ਮਨੁੱਖਾ ਤਨ ਧਾਰਨ ਕਰਕੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਆ ਤੇ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਵੀ ਆ ਕੇ ਹਾਜ਼ਰ ਹੁੰਦੇ ਆ। ਹਾਂਜੀ। ਇੰਦਰੰ ਚੰਦਰ ਦੇ ਨੰਦ ਪੌਨ ਅਲ ਕਰਿੰਦ ਸੁਹਾਏ। ਕਹਿਣ ਲੱਗੇ ਕਿ ਸਾਧ ਸੰਗਤ ਇੰਦਰ, ਚੰਦ, ਸੂਰਜ, ਪੌਣ ਦੇਵਤਾ, ਅਕਾਲ ਪੁਰੀਆਂ ਦੇ ਮਾਲਕ ਕੁਬੇਰ ਵਰਗੇ ਸਾਰੇ ਆ ਕੇ ਮਹਾਰਾਜ ਗਰੀਬ ਨਵਾਜ ਜੀ ਦੇ ਦਰਸ਼ਨ ਕਰਦੇ। ਸ਼ੰਕਾ ਨਾ ਕਰਿਓ, ਗੁਰੂ ਨਾਨਕ ਸਾਹਿਬ ਬੜੇ ਹੀ ਵੱਡੇ ਹੈ, ਬੜੇ ਵੱਡੇ ਹੈ, ਆਉਣਾ ਹੀ ਹੈ ਸਾਰਿਆਂ ਨੇ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨਾ, ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਦੇਵਤੇ ਆ ਕੇ ਮਹਾਰਾਜ ਦੇ ਦਰਸ਼ਨ ਕਰਦੇ ਹਨ। ਬ੍ਰਹਸਪਤ ਜਲਪਤ ਜਯੰਤ ਅਪਰ ਇਤਿਆਦਿਕ ਸਭ ਹੀ। ਸਾਧ ਸੰਗਤ ਬ੍ਰਹਸਪਤੀ, ਵਰੁਣ, ਇੰਦਰ ਦਾ ਪੁੱਤਰ ਜਿਹਦਾ ਨਾਮ ਹੈ ਉਪਿੰਦਰ, ਇਹ ਸਾਰੇ ਆ ਕੇ ਮਹਾਰਾਜ ਗਰੀਬ ਨਵਾਜ ਜੀ ਦੇ ਦਰਸ਼ਨ ਕਰਦੇ ਹਨ। 33 ਕੋਟ ਸਮੂਹ ਆਨ ਪਹੁੰਚਤ ਪੇ ਸਤਬ ਹੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਦੇਵਤਿਆਂ ਦੀ ਟੋਟਲ ਗਿਣਤੀ ਕਿੰਨੀ ਹੈ? 33 ਕਰੋੜ। ਜੋ ਸਾਧ ਸੰਗਤ ਦੀ ਹਿੰਦੂ ਧਰਮ ਦੀ ਮਾਨਤਾ ਹੈ। ਕਵੀ ਜੀ ਲਿਖਦੇ ਆ, ਕਹਿੰਦੇ ਮਾਨੋ ਸਾਰੇ ਹੀ ਮਹਾਰਾਜ ਦੇ ਕੋਲ ਆ ਗਏ ਹੋਣ ਜੀ, ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ। ਸਰੀਰ ਜੂ ਤਿਆਗਣਾ ਮਹਾਰਾਜ ਜੀ ਨੇ। ਹਾਂਜੀ। ਪੁਨ ਚਤੁਰ ਬੇਦ ਨਿਜ ਰੂਪ ਧਰ ਪ੍ਰਗਟ ਭਏ ਕਰਤਾਰਪੁਰ। ਫਿਰ ਵੇਦ ਵੀ ਮਹਾਰਾਜ ਗਰੀਬ ਨਵਾਜ ਜੀ ਦਾ ਜਸ ਕਰਦੇ ਆ ਕੇ ਸ੍ਰੀ ਕਰਤਾਰਪੁਰ ਸਾਹਿਬ 'ਚ ਦਰਸ਼ਨ ਕਰਦੇ ਹਨ। ਮਿਲ ਅਨਿਕ ਭਾਂਤ ਉਸਤਤ ਭਨਹਿ ਅਤ ਉਤਸਵ ਕਰ ਹਰਖ ਔਰ। ਹੁਣ ਸੰਗਤਾਂ ਨੂੰ ਨਹੀਂ ਪਤਾ ਕੌਣ ਆਇਆ। ਤੁਸੀਂ ਕਥਾ ਸੁਣੀ ਸੀ ਨਾ, ਨਾਰਦ ਮੁੰਨ ਨੇ ਆ ਕੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਸੰਗਤ ਜੀ ਖੰਭ ਭੇਟਾ ਕੀਤੇ ਸਨ ਹੁਮਾ ਪੰਖੀ ਦੇ। ਤੇ ਫਿਰ ਭਰਥਰੀ ਨੂੰ ਨਾਰਦ ਮੁੰਨ ਨੇ ਕਿਹਾ ਸੀ ਵੀ ਬੈਠਾ ਰਹਿ, ਤੇਰੇ ਮਨ ਦੇ ਜਿਹੜੇ ਸ਼ੰਕੇ ਆ ਗੁਰੂ ਨਾਨਕ ਸਾਹਿਬ ਨੇ ਹੱਲ ਕਰਨੇ ਆ। ਤੇ ਮਹਾਰਾਜ ਨੇ ਹੱਲ ਕੀਤੇ ਸਨ। ਹੁਣ ਸੰਗਤਾਂ ਨੂੰ ਨਹੀਂ ਪਤਾ ਕੌਣ ਕੌਣ ਆਇਆ ਗੁਪਤ ਰੂਪ ਵਿੱਚ, ਪਰ ਆਏ ਸਾਰੇ ਹੀ ਹੈ ਦਰਸ਼ਨ ਕਰਨ ਵਾਸਤੇ। ਤੇ ਹੁਣ ਆ ਕੇ ਉਹ ਮਹਾਰਾਜ ਜੀ ਦੀ ਉਸਤਤੀ ਕਰਦੇ ਆ, ਸਤੋਤਰ ਉਚਾਰਨ ਕਰਦੇ ਹਨ। ਨਰਾਜ ਛੰਦ ਨਮਸਤ ਆਦ ਰੂਪਣੰ ਸਮਸਤ ਮੈਂ ਬਿਰਾਜਹੀ। ਕਹਿਣ ਲੱਗੇ, ਹੇ ਗੁਰੂ ਨਾਨਕ ਸਾਹਿਬ, ਮਹਾਰਾਜ ਆਪ ਜੀ ਆਦ ਰੂਪ ਹੋ। ਸੰਸਾਰ ਦੀ ਆਰੰਭਤਾ ਤੇ ਵੀ ਮਹਾਰਾਜ ਤੁਸੀਂ ਸੀ, ਹੁਣ ਵੀ ਸਾਰਿਆਂ ਦੇ ਵਿੱਚ ਬਿਰਾਜ ਰਹੇ ਹੋ। ਹੇ ਗੁਰੂ ਨਾਨਕ ਸਾਹਿਬ ਜੀ, ਆਪ ਜੀ ਨੂੰ ਸਾਡੀ ਨਮਸਕਾਰ ਹੈ। ਮਯੰਕ ਮਾਹੇ ਕ੍ਰਾਂਤ ਮਾਰ ਤੰਡ ਦੀਪ ਛਾਜਹੀ। ਸਾਧ ਸੰਗਤ ਜੀ ਆ ਕੇ ਕਹਿੰਦੇ ਮਹਾਰਾਜ ਉਹ ਆਪ ਹੀ ਹੋ। ਕੀ? ਮਯੰਕ ਮਾਹੇ ਕ੍ਰਾਂਤ, ਮਹਾਰਾਜ ਚੰਦ ਵਿੱਚ ਚਾਂਦਣੀ ਤੁਸੀਂ ਹੋ। ਚੰਦ ਦੀ ਸੁੰਦਰਤਾ ਗੁਰੂ ਨਾਨਕ ਸਾਹਿਬ ਤੁਹਾਡੇ ਕਰਕੇ ਹੀ ਹੈ। ਮਾਰ ਤੰਡ ਦੀਪ ਛਾਜਹੀ, ਮਹਾਰਾਜ ਸੂਰਜ ਵਿੱਚ ਜਿਹੜਾ ਪ੍ਰਕਾਸ਼ ਹੈ ਉਹ ਤੁਸੀਂ ਹੋ। ਸੂਰਜ ਵਿੱਚ ਪ੍ਰਕਾਸ਼ ਬਣ ਕੇ ਤੁਸੀਂ ਫੱਬ ਰਹੇ ਹੋ। ਸਪੰਦ ਮੈਂ ਪ੍ਰਪੰਜਨੰ ਜਲੰਗ ਦਰਵੰਤ ਰੂਪ ਹੋ। ਮਹਾਰਾਜ ਹਵਾ ਦੇ ਵਿੱਚ ਜਿਹੜੀ ਸਪੀਡ ਹੈ ਉਹ ਆਪ ਹੀ ਹੋ ਮਹਾਰਾਜ। ਹਵਾ ਦੇ ਵਿੱਚ ਵੇਗ ਰੂਪ ਹੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਜਲ ਵਿੱਚ ਕੌਣ ਵਹਿ ਰਿਹਾ? ਮਹਾਰਾਜ ਆਪ ਹੀ ਜਲ ਰੂਪ ਹੋ, ਆਪ ਹੀ ਵਹਿਣ ਰੂਪ ਹੋ। ਸਪੰਦ ਮੈਂ ਪ੍ਰਭੰਜਨੰ ਜਲੰਗ ਦਰਵੰਤ ਰੂਪ ਹੋ। ਆਕਾਸ਼ ਮੈਂ ਵਿਕਾਸ ਤੂੰ ਧਰਾ ਤ੍ਰਿਤੀ ਅਨੂਪ ਹੋ। ਆਕਾਸ਼ ਫੈਲਿਆ ਹੋਇਆ ਸਾਧ ਸੰਗਤ, ਵੇਖੋ ਕਿੱਥੋਂ ਤੱਕ ਆਕਾਸ਼ ਫੈਲਿਆ। ਆਕਾਸ਼ ਦੇ ਫੈਲਾਅ ਦਾ ਕੋਈ ਅੰਤ ਥੋੜ੍ਹੀ ਹੋਇਆ। ਧਰਤੀ ਮੁੱਕ ਜਾਂਦੀ ਹੈ, ਆਕਾਸ਼ ਦਾ ਫੈਲਾਅ ਨਹੀਂ ਮੁੱਕਦਾ। ਤੇ ਸਾਧ ਸੰਗਤ ਦੇਵਤੇ ਆ ਕੇ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ, ਮਹਾਰਾਜ ਆਕਾਸ਼ ਵਿੱਚ ਤੁਸੀਂ ਫੈਲਾਅ ਰੂਪ ਹੋ। ਇਹ ਫੈਲਾਅ ਕਿਹਦਾ ਰੂਪ ਹੈ? ਆਕਾਸ਼ ਦਾ ਏਡਾ ਵੱਡਾ ਤੁਹਾਡਾ ਹੀ ਰੂਪ ਹੈ।
ਤੇ ਮਹਾਰਾਜ ਧਰਤੀ ਦੇ ਵਿੱਚ ਜਿਹੜਾ ਧੀਰਜ ਹੈ ਉਹ ਧੀਰਜ ਰੂਪ ਤੁਸੀਂ ਆਪ ਹੋ। ਇਹ ਸਤੋਤਰ ਜਿਹੜਾ ਹੈ ਇਹ ਦੇਵਤੇ ਮਹਾਰਾਜ ਗਰੀਬ ਨਵਾਜ ਜੀ ਦੀ ਉਸਤਤ ਵਿੱਚ ਉਚਾਰਨ ਕਰਦੇ ਹੈ। ਨਮਸਤ ਕਹਿਣ ਲੱਗੇ ਹੈ, ਨਮਸਤ ਆਦ ਰੂਪਣੰ ਸਮਸਤ ਮੈਂ ਬਿਰਾਜਹੀ, ਮਯੰਕ ਮਾਹੇ ਕ੍ਰਾਂਤ ਮਾਰ ਤੰਡ ਦੀਪ ਛਾਜਹੀ, ਸਪੰਦ ਮੈਂ ਪ੍ਰਪੰਜਨੰ ਜਲੰਗ ਦੁਰੰਤ ਰੂਪ ਹੋ, ਆਕਾਸ਼ ਮੈਂ ਵਿਕਾਸ ਤੂੰ ਧਰਾ ਤ੍ਰਿਤੀ ਅਨੂਪ ਹੋ। ਦੇਵਤੇ ਆ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਸ਼ੋਭਾ ਕਰ ਰਹੇ ਹੈ, ਗੁਰੂ ਜੀ ਦੀ ਉਸਤਤ ਕਰ ਰਹੇ ਹੈ। ਸੋ ਤੇਜ ਮੈਂ ਹੁਤਾਸ ਨੰਗ ਸਮੁੰਦਰ ਮੈਂ ਗੰਭੀਰਤਾ। ਤੇ ਮਹਾਰਾਜ ਗਰੀਬ ਨਵਾਜ ਅੱਗ ਜਿਹੜੇ ਕਰਕੇ ਗਰਮ ਹੈ ਉਹ ਮਹਾਰਾਜ ਅੱਗ ਦਾ ਤੇਜ ਰੂਪ ਵੀ ਤੁਸੀਂ ਹੋ। ਸੋ ਤੇਜ ਮੈਂ ਹੁਤਾਸ ਨੰਗ ਸਮੁੰਦਰ ਮੈਂ ਗੰਭੀਰਤਾ। ਸਮੁੰਦਰ ਕਿੰਨਾ ਡੂੰਘਾ ਹੈ ਕੋਈ ਅੰਦਾਜ਼ਾ ਨਹੀਂ ਹੈ। ਮਹਾਰਾਜ ਤੁਹਾਡੇ ਗੁਣ ਕਿੰਨੇ ਡੂੰਘੇ ਕੋਈ ਅੰਦਾਜ਼ਾ ਨਹੀਂ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸਮੁੰਦਰ ਦਾ ਜਿਹੜਾ ਗੰਭੀਰ ਰੂਪ ਹੈ ਉਹ ਆਪ ਹੀ ਹੋ। ਸੰਤੋਖ ਬਿਪਰ ਬ੍ਰਿੰਦ ਜੇ ਸ਼ਤਰੀਨ ਵੀਰ ਵੀਰਤਾ। ਮਹਾਰਾਜ ਬ੍ਰਾਹਮਣਾਂ ਵਿੱਚ ਸੰਤੋਖ ਰੂਪੀ ਗੁਣ ਹੋਣਾ ਚਾਹੀਦਾ ਹੁੰਦਾ। ਉਹ ਮਹਾਰਾਜ ਤੁਸੀਂ ਹੋ। ਬ੍ਰਾਹਮਣ ਕੌਣ? ਜਾਤ ਕਰਕੇ ਨਹੀਂ, ਰੱਬ ਦੇ ਪਿਆਰੇ। ਉਹਨਾਂ ਵਿੱਚ ਸੰਤੋਖ ਰੂਪ। ਸਭ ਕਸ਼ਤਰੀ ਸੂਰਮਿਆਂ ਵਿੱਚ ਮਹਾਰਾਜ ਗਰੀਬ ਨਵਾਜ ਵੀਰਤਾ ਦਾ ਤੁਸੀਂ ਰੂਪ ਹੋ। ਹਾਂਜੀ। ਮਝਾਰ ਬੈਸ਼ ਬਾਨ ਜੰਗ ਸੋ ਦੇਵ ਸ਼ੂਦਰ ਵਾਨਯੰ। ਤੇ ਮਝਾਰ ਬੈਸ਼ ਬਾਨ ਜੰਗ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਸ ਸੰਸਾਰ 'ਚ ਜਿਹੜੇ ਵਪਾਰ ਕਰਦੇ ਉਹਨਾਂ ਨੂੰ ਵੈਸ਼ ਕਹਿੰਦੇ। ਵੈਸ਼ਾਂ ਵਿੱਚ ਵਣਜ ਦਾ ਰੂਪ ਤੁਸੀਂ ਹੋ ਮਹਾਰਾਜ। ਤੇ ਸੋ ਸੇਵ ਸ਼ੂਦਰ ਵਾਨਯੰ ਮਹਾਰਾਜ ਗਰੀਬ ਨਵਾਜ ਸ਼ੂਦਰ ਸੇਵਾ ਦਾ ਰੂਪ ਹੁੰਦੇ ਆ ਮਹਾਰਾਜ, ਉਹਨਾਂ ਵਿੱਚ ਸੇਵਾ ਰੂਪ ਵੀ ਤੁਸੀਂ ਹੋ। ਹਾਂਜੀ। ਭਿਖਾਰ ਮਾਹੇ ਜਾਚਨਾ ਦਤਾਰ ਮਾਹੇ ਦਾਨਯੰ। ਹੇ ਮਹਾਰਾਜ ਗਰੀਬ ਨਵਾਜ ਭਿਖਾਰੀਆਂ ਦੇ ਜੋ ਮੰਗ ਰਹੇ ਆ ਉਹਨਾਂ ਵਿੱਚ ਮੰਗ ਰੂਪ ਤੁਸੀਂ ਹੋ। ਤੇ ਦਾਤੇ ਜੋ ਦੇ ਰਹੇ ਆ ਉਹਨਾਂ ਵਿੱਚ ਸੱਚੇ ਪਾਤਸ਼ਾਹ ਦਾਨੀ ਰੂਪ ਤੁਹਾਡਾ ਹੀ ਹੈ ਮਹਾਰਾਜ। ਦੇਵਤੇ ਆ ਕੇ ਮਹਾਰਾਜ ਦੀ ਉਸਤਤ ਕਰਦੇ। ਸੋ ਤੇਜ ਮੈਂ ਹੁਤਾਸ ਨੰਗ ਸਮੁੰਦਰ ਮੈਂ ਗੰਭੀਰਤਾ, ਸੰਤੋਖ ਬਿਪਰ ਬ੍ਰਿੰਦ ਮੇਸ਼ ਤ੍ਰੀਨ ਬੀਜ ਬੀਰਤਾ, ਮਝਾਰ ਬੈਸ਼ ਬਾਨਯੰ ਸੋ ਸੇਵ ਸ਼ੂਦਰ ਵਾਨਯੰ, ਭਿਖਾਰ ਮਾਹੇ ਜਾਚਨਾ ਦਾਤਾਰ ਮਾਹੇ ਦਾਨਯੰ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਸ ਤਰੀਕੇ ਨਾਲ ਦੇਵਤੇ ਮਹਾਰਾਜ ਗਰੀਬ ਨਵਾਜ ਜੀ ਦੀ ਉਸਤਤ ਕਰ ਰਹੇ। ਦੇਵਤੇ ਹਰ ਚੀਜ਼ 'ਚ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਮਹਾਰਾਜ ਤੁਹਾਡਾ ਹੀ ਵਾਸਾ ਹੈ। ਨਰੇਸ਼ ਮੈਂ ਨਰੇਸ਼ਤਾ ਸੋ ਰੰਕ ਮਾਹੇ ਰੰਕਤਾ। ਮਹਾਰਾਜ ਰਾਜਿਆਂ ਵਿੱਚ ਰਾਜ ਰੂਪ ਜਿਹੜਾ ਹੈ ਹੇ ਗੁਰੂ ਨਾਨਕ ਸਾਹਿਬ ਉਹ ਤੁਹਾਡਾ ਹੀ ਹੈ। ਮਹਾਰਾਜ ਕੰਗਾਲਾਂ ਵਿੱਚ ਗਰੀਬੀ ਜਿਹੜੀ ਹੈ ਉਹ ਵੀ ਰੂਪ ਤੁਹਾਡਾ ਹੈ। ਹਾਂਜੀ। ਸਥਾਰ ਵੋ ਸਥਿਰਤਾ ਚਰੀ ਬਿਖੈ ਚਰਤਤਾ। ਸਥਾਰ ਵੋ ਸਥਿਰਤਾ ਮਹਾਰਾਜ ਜਿਹੜੀਆਂ ਚੀਜ਼ਾਂ ਸੱਚੇ ਪਾਤਸ਼ਾਹ ਸਥਿਰ ਨੇ ਨਹੀਂ ਚੱਲਣ ਵਾਲੀਆਂ ਉਹ ਟਿਕੀਆਂ ਨੇ ਉਹਨਾਂ ਵਿੱਚ ਟਿਕਾਊ ਰੂਪ ਤੁਸੀਂ ਹੋ। ਤੇ ਚਰੀ ਬਿਖੈ ਚਰੰਤਤਾ ਮਹਾਰਾਜ ਜਿਹੜੀਆਂ ਚੱਲਣ ਦਈਆਂ ਉਹ ਚੱਲਣ ਕੀ ਦਈਆਂ ਉਹਨਾਂ 'ਚ ਚਲੰਤਤਾ ਦਾ ਜਿਹੜਾ ਰੂਪ ਹੈ ਉਹ ਤੁਸੀਂ ਹੋ। ਹਾਂਜੀ। ਕਿਰਪਾਲ ਮੈਂ ਕਦਇਆ ਰੂਪ ਕਰੂਰ ਮੈਂ ਸੁਕਰੂਰਤਾ। ਕਿਰਪਾਲ ਮੈਂ ਦਇਆ ਸਰੂਪ ਮਹਾਰਾਜ ਕੋਈ ਦਇਆ ਕਰਨ ਦਿਆ ਉਹਦੇ ਵਿੱਚ ਦਇਆ ਰੂਪ ਤੁਸੀਂ ਹੋ। ਤੇ ਮਹਾਰਾਜ ਗਰੀਬ ਨਵਾਜ ਜਿੱਥੇ ਕਲਾ ਹੋ ਰਹੀ ਹੈ ਕਲਾ ਰੂਪ ਵੀ ਤੁਸੀਂ ਹੋ। ਸਾਧ ਸੰਗਤ ਜੀ ਇਹਦੇ ਵਿੱਚ ਸ਼ੱਕ ਨਹੀਂ ਕਰਨਾ। ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ ਰੂਪ ਸਾਰੇ ਵਾਹਿਗੁਰੂ ਦੇ ਹੈ। ਹਾਂਜੀ। ਕਿ ਊਨ ਮਾਹੈ ਊਨਤਾ। ਕਿ ਊਨ ਮਾਹੇ ਊਨਤਾ ਸੰਪੂਰਨੰ ਸੰਪੂਰਤਾ। ਊਣਿਆਂ ਵਿੱਚ ਊਣਤਾ ਰੂਪ ਹੋ, ਪੂਰਿਆਂ ਵਿੱਚ ਪੂਰਨਤਾ ਰੂਪ ਹੋ, ਸੰਪੂਰਨ ਹੋ। ਇਸ ਤਰੀਕੇ ਨਾਲ ਦੇਵਤੇ ਸਤੋਤਰ ਮਹਾਰਾਜ ਦਾ ਉਚਾਰਦੇ ਆ। ਨਰੇਸ਼ ਮੈਂ ਨਰੇਸ਼ਤਾ ਸੋ ਰੰਕ ਮਾਹੇ ਰੰਕਤਾ, ਸਥਾਰ ਵੋ ਸਥਿਰਤਾ ਚਰੀ ਬਿਖੈ ਚਰੰਤਤਾ,
ਕਿਰਪਾਲ ਮੈਂ ਦਇਆ ਸਰੂਪ, ਕਰੂਰ ਮੈਂ ਕਰੂਰਤਾ। ਕਿ ਊਨ ਮਾਹੇ ਊਨਤਾ, ਸੰਪੂਰਨਤਾ ਸਮੂਰਨਤਾ। ਗੱਜ ਕੇ ਆਖੋ ਵਾਹਿਗੁਰੂ। ਸੰਪੂਰਨੰ ਸੰਪੂਰਤਾ। ਮਹਾਰਾਜ ਤੁਸੀਂ ਹੀ ਸਾਰਿਆਂ ਵਿੱਚ ਹੋ। ਸਮੂਹ ਮੈਂ ਸਮੂਹ ਰੂਪ, ਬੀਜ ਬੀਜ ਬੀਜਤਾ। ਮਹਾਰਾਜ ਗਰੀਬ ਨਵਾਜ ਸਮੂਹਾਂ ਵਿੱਚ, ਸਾਰਿਆਂ ਵਿੱਚ, ਸਾਰਿਆਂ ਦਾ ਰੂਪ ਤੁਸੀਂ, ਸਮੂਹ ਰੂਪ। ਤੇ ਬੀਜ ਬੀਜ ਬੀਜਤਾ। ਬੀਜਾਂ ਦੇ ਵਿੱਚ ਜਿਹੜਾ ਪੁੰਗਰਨ ਰੂਪ ਤੁਸੀਂ ਮਹਾਰਾਜ, ਪੁੰਗਰਨ ਦੇ ਰੂਪ ਵਿੱਚ ਤੁਸੀਂ ਬੈਠੇ ਹੋਏ ਹੋ। ਸਰੋਸ ਮਾਹੇ ਰੋਸਤਾ, ਪ੍ਰਸੀਜ ਮੈਂ ਪ੍ਰਸੀਜਤਾ। ਮਹਾਰਾਜ ਕਰੋਧੀਆਂ ਦੇ ਵਿੱਚ ਤੁਸੀਂ ਰੋਸ ਰੂਪ ਹੋ। ਪ੍ਰਸੀਜ ਮੈਂ ਪ੍ਰਸੀਜਤਾ। ਜਿਹੜੇ ਖੁਸ਼ ਦਿਲ ਨੇ ਉਹਨਾਂ ਵਿੱਚ ਖੁਸ਼ੀ ਦੇ ਰੂਪ ਵਿੱਚ ਬੈਠੇ ਹੋਏ ਹੋ। ਹਾਂਜੀ। ਤਪੀ ਬਿਖੈ ਤਪੰਤਤਾ, ਪ੍ਰਕਾਸ਼ ਮੈਂ ਪ੍ਰਕਾਸ਼ਤਾ। ਬੜੇ ਬੜੇ ਤਪਸਵੀ ਨੇ ਸੰਸਾਰ ਵਿੱਚ, ਉਹਨਾਂ ਵਿੱਚ ਤਪੀਆਂ ਵਿੱਚ ਤਪੱਸਿਆ ਦਾ ਰੂਪ ਤੁਸੀਂ ਹੋ। ਤੇ ਪ੍ਰਕਾਸ਼ ਵਾਲਿਆਂ ਦੇ ਵਿੱਚ ਚਾਨਣ ਰੂਪ, ਪ੍ਰਕਾਸ਼ ਰੂਪ ਆਪ ਹੀ ਹੋ। ਜੇ ਤਤ ਗਿਆਤ ਮਾਨਵੰ, ਸੁਤਾਹੇ ਐਸ ਭਾਸਤਾ। ਮਹਾਰਾਜ ਗਰੀਬ ਨਵਾਜ ਜਿਹੜੇ ਤਤ ਗਿਆਨ ਵਾਲੇ ਐ, ਮਹਾਰਾਜ ਜਿਹੜੇ ਤਤ ਗਿਆਨ ਵਾਲੇ ਹਨ, ਲੋਕ ਹਨ, ਉਹਨਾਂ ਵਿੱਚ ਨੂੰ ਮਹਾਰਾਜ ਇਸ ਤਰੀਕੇ ਨਾਲ ਲੱਗਦਾ ਹੈ। ਭਾਵ ਜਿਨ੍ਹਾਂ ਦੇ ਵਿੱਚ ਤਤ ਗਿਆਨ ਹੈ, ਉਹਨਾਂ ਵਿੱਚ ਤਤ ਗਿਆਨ ਤੁਸੀਂ ਹੋ। ਉਹਨਾਂ ਨੂੰ ਇਹ ਸੋਝੀ ਦੇਣ ਵਾਲੇ ਵੀ ਤੁਸੀਂ ਹੋ। ਕਿੱਥੇ ਕਿੱਥੇ ਮਹਾਰਾਜ? ਸਮੂਹ ਮੈਂ ਸਮੂਹ ਰੂਪ, ਬੀਜ ਬੀਜ ਬੀਜਤਾ। ਸਰੋਸ ਮਾਹੇ ਸਰੋਸਤਾ, ਪ੍ਰਸੀਜ ਮੈਂ ਪ੍ਰਸੀਜਤਾ। ਤਪੇ ਬਿਖੈ ਤਪੰਤਤਾ, ਪ੍ਰਕਾਸ਼ ਮੈਂ ਪ੍ਰਕਾਸ਼ਤਾ। ਜੇ ਤਤ ਗਿਆਤ ਮਾਨਵੰ, ਸੋ ਤਾਹੇ ਐਸ ਭਾਸਤਾ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਇਹ ਦੇਵਤੇ ਆ ਕੇ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਕਰ ਰਹੇ। ਹੇ ਮਹਾਰਾਜ ਗਰੀਬ ਨਵਾਜ, ਤਤਵਾਨ ਪੁਰਸ਼ਾਂ ਨੂੰ, ਸਿਆਣੇ ਪੁਰਸ਼ਾਂ ਨੂੰ ਐਸਾ ਆਪ ਜੀ ਦੀ ਕਿਰਪਾ ਨਾਲ ਵੇਖਦਾ ਹੈ। ਪ੍ਰਭੂ ਸਮਸਤ ਲੋਕ ਕੇ, ਸਮਸਤ ਕੇਰ ਕਾਰਣੰ। ਹੇ ਗਰੀਬ ਨਵਾਜ, ਇਹ ਜਿੰਨੇ ਵੀ ਸਾਰੇ ਲੋਕ ਹਨ, ਉਹਨਾਂ ਦੇ ਮਾਲਕ ਤੁਸੀਂ ਹੋ। ਸਮਸਤ ਕੇਰ ਕਾਰਣੰ, ਸਾਰਿਆਂ ਦਾ ਕਾਰਨ ਵੀ ਤੁਸੀਂ ਹੋ। ਸਾਰਿਆਂ ਨੂੰ ਬਣਾਉਣ ਵਾਲੇ ਵੀ ਹੋ। ਵਜ੍ਹਾ ਕੀ ਹੈ? ਇਹ ਵੀ ਆਪ ਹੀ ਹੋ। ਸਮਸਤ ਕੋ ਸੰਭਾਰ ਕੈ, ਕਰੰਤ ਪ੍ਰਤ ਪਾਰਣੰ। ਸਾਰਿਆਂ ਨੂੰ ਸੰਭਾਲਣ ਵਾਲੇ ਵੀ ਤੁਸੀਂ, ਪਾਲਣ ਵਾਲੇ ਵੀ ਤੁਸੀਂ ਹੋ। ਮਹਾਰਾਜ ਗਰੀਬ ਨਵਾਜ ਸਾਰਿਆਂ ਨੂੰ ਸੰਭਾਲ ਕੇ ਪਾਲਣ ਵਾਲੇ ਹੋ। ਸਮਸਤ ਕੇ ਸੰਘਾਰ ਕੰ, ਸਮਾਨ ਕੋਏ ਔਰ ਨਾ। ਮਹਾਰਾਜ ਗਰੀਬ ਨਵਾਜ ਫਿਰ ਪਾਲਣ ਵਾਲੇ ਜਿੱਥੇ ਹੋ ਤੁਸੀਂ, ਉੱਥੇ ਸੰਘਾਰ ਨਾਸ਼ ਕਰਨ ਵਾਲੇ ਵੀ ਤੇ ਤੁਸੀਂ ਹੋ ਨਾ। ਤੁਹਾਡੇ ਤੁੱਲ ਗੁਰੂ ਨਾਨਕ ਸਾਹਿਬ, ਤੁਹਾਡੇ ਬਰਾਬਰ ਇਸ ਜਗਤ ਵਿੱਚ ਕੋਈ ਨਹੀਂ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਹਾਂਜੀ। ਜਹਾਂ ਤਹਾਂ ਬਿਰਾਜਤੇ, ਕਹੂੰ ਕਊਣ ਠੌਰ ਨਾ। ਮਹਾਰਾਜ ਜਿੱਥੇ ਕਿੱਥੇ ਨਹੀਂ, ਗੁਰੂ ਨਾਨਕ ਸਾਹਿਬ ਤੁਸੀਂ ਬਿਰਾਜਦੇ ਹੋ। ਤੁਹਾਡੇ ਤੋਂ ਬਗੈਰ ਕੋਈ ਥਾਂ ਖਾਲੀ ਨਹੀਂ ਹੈ। ਕਿੱਥੇ ਕਿੱਥੇ ਕੀ ਕੀ ਕਰਦੇ ਆ? ਪ੍ਰਭੂ ਸਮਸਤ ਲੋਕ ਕੇ, ਸਮਸਤ ਕੇਰ ਕਾਰਣੰ। ਸਮਸਤ ਕੋ ਸੰਹਾਰ ਕੈ, ਕਰੰਤ ਪ੍ਰਤ ਪਾਲਣੰ। समस्त के संघार कं, समान कोय और ना। जहाँ तहाँ बिराजते, कहूँ को ऊण ठौर ना। हे गुरु नानक साहब, ਤੁਹਾਡੇ ਤੋਂ ਊਣੀ ਥਾਂ ਹੀ ਕੋਈ ਨਹੀਂ। ਸਾਰੀਆਂ ਥਾਵਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੁਹਾਡਾ ਹੀ ਵਾਸਾ ਹੈ। ਸਮਸਤ ਬੀਚ ਤੂੰ ਬਸੈ, ਸਮਸਤ ਮਾਹੇ ਤੋਹੇ ਹੈ। ਮਹਾਰਾਜ ਸਾਰਿਆਂ ਵਿੱਚ ਤੁਸੀਂ ਵਸਦੇ ਹੋ ਤੇ ਸਾਰੇ ਤੁਹਾਡੇ ਵਿੱਚ ਵਸ ਰਹੇ ਹੈ। ਹਾਂਜੀ। ਮਿਲੋ ਨਿਰਾਲ ਮਾਰ ਹੈ, ਅਲੇਪ ਹੈ, ਅਮੋਹ ਹੈ। ਮਹਾਰਾਜ ਤੁਸੀਂ ਸਾਰਿਆਂ ਵਿੱਚ ਰਹਿ ਰਹੇ ਹੋ, ਪਰ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਸਾਰਿਆਂ ਤੋਂ ਨਿਰਾਲਮ ਵੀ ਹੋ, ਰਹਿਤ ਵੀ ਹੋ, ਸਭ ਤੋਂ ਨਿਰਮਲ ਵੀ ਹੋ, ਅਲੇਪ ਹੋ, ਅਮੋਹ ਹੋ। ਅਨਾਦ ਤੂੰ ਆਜ਼ਾਦ ਤੂੰ, ਸਕੈ ਬਲੰ ਅਕਾਰਣੰ। ਮਹਾਰਾਜ ਅਨਾਦਿ ਹੋ, ਤੁਹਾਡਾ ਅੰਤ ਨਹੀਂ ਹੈ। ਅੰਤ ਤੋਂ ਰਹਿਤ ਹੋ, ਅਨਾਦ ਹੋ, ਕੋਈ ਆਦ ਅੰਤ ਨਹੀਂ ਹੈ। ਮਹਾਰਾਜ ਤੁਸੀਂ ਆਜ਼ਾਦ ਹੋ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸਾਰਿਆਂ ਨੂੰ ਆਜ਼ਾਦੀ ਦੇਣ ਵਾਲੇ ਵੀ ਨੇ। ਕੋਈ ਮਹਾਰਾਜ ਨੂੰ ਆਪਣੇ ਕਿੱਲੇ ਨਾਲ ਨਹੀਂ ਬੰਨ੍ਹ ਸਕਦਾ।
ਸਕੈਵਲੰ ਕੈਵਲ ਮੁਕਤੀ ਦੇਣ ਵਾਲੇ ਹੋ। ਅਕਾਰਣੰ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਆਪ ਸਾਰਿਆਂ ਦੇ ਕੋਲ ਹੋ ਤੇ ਕਾਰਨ ਰਹਿਤ ਹੋ, ਕਾਰਨ ਰਹਿਤ ਹੋ, ਸਾਰਿਆਂ ਦੇ ਸੰਗ ਹੋ ਮਹਾਰਾਜ ਤੁਸੀਂ। ਅਸੰਗ ਹੋ ਅਭੰਗ ਹੋ ਅਨੰਗ ਦੋਖ ਹਾਰਣੰ। ਸਾਰਿਆਂ ਦੇ ਨਾਲ ਵੀ ਹੋ ਤੇ ਅਸੰਗ ਵੀ ਹੋ, ਸੰਗ ਰਹਿਤ ਹੋ। ਸਾਨੂੰ ਤੁਹਾਨੂੰ ਸੰਗ ਦੀ ਲੋੜ ਹੈ, ਗੁਰੂ ਨਾਨਕ ਸਾਹਿਬ ਨੂੰ ਸੰਗ ਦੀ ਲੋੜ ਨਹੀਂ ਹੈ। ਮਹਾਰਾਜ ਫਿਰ ਤੁਸੀਂ ਭੰਗ ਨਹੀਂ ਹੋ ਸਕਦੇ, ਅਸੀਂ ਭੰਗ ਹੋ ਜਾਵਾਂਗੇ ਸਮੇਂ ਬਾਅਦ। ਗੁਰੂ ਨਾਨਕ ਸਾਹਿਬ ਭੰਗ ਨਹੀਂ ਹੋਏ ਅੱਜ ਤੱਕ, ਨਾ ਹੀ ਹੋਣਾ। ਕਾਮ ਦਾ ਦੁੱਖ ਜਿਹੜਾ ਹੈ ਉਹ ਦੂਰ ਕਰਨ ਵਾਲੇ ਉਹ ਹੈ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ। ਇਸ ਤਰੀਕੇ ਨਾਲ ਦੇਵਤੇ ਮਹਾਰਾਜ ਦੀ ਉਸਤਤ ਕਰਦੇ। ਫਿਰ ਸੁਣੋ। ਸਮਸਤ ਵਿੱਚ ਤੂੰ ਬਸੈ ਸਮਸਤ ਮਾਹੇ ਤੋਹੇ ਹੈ। ਬੋਲੋ। ਮਿਲੋ ਨਿਰਾਲ ਮਾਰਹ ਅਲੇਪ ਹੈ ਅਮੋਹ ਹੈ। ਅਨਾਦ ਤੂੰ ਆਜ਼ਾਦ ਤੂੰ ਸੋ ਕੈਵਲੰ ਅਕਾਰਣੰ। ਅਸੰਗ ਹੋ ਅਭੰਗ ਹੋ ਅਨੰਗ ਦੋਖ ਹਾਰਣੰ। ਹੇ ਮਹਾਰਾਜ ਸੱਚੇ ਪਾਤਸ਼ਾਹ, ਮਹਾਰਾਜ ਕਾਮ ਵਰਗੇ ਭੈੜੇ ਰੋਗਾਂ ਨੂੰ, ਦੁੱਖ ਨੂੰ ਦੂਰ ਕਰਨ ਵਾਲੇ ਹੋ। ਅਨੰਤ ਸ਼੍ਰੀ ਮਹੰਤ ਸਰਬਕੰਤ ਮੋਹ ਭੰਜਨੰ। ਮਹਾਰਾਜ ਤੁਸੀਂ ਬੇਅੰਤ ਹੋ। ਗੁਰੂ ਨਾਨਕ ਸਾਹਿਬ ਦਾ ਅੰਤ ਕੋਈ ਪਾ ਸਕਦਾ? ਨਹੀਂ ਪਾ ਸਕਦਾ। ਇਸੇ ਕਰਕੇ ਸਿੱਧਾਂ ਕਿਹਾ ਸੀ, ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਲਖੀ ਨਾ ਜਾਈ ਨਾਨਕ ਲੀਲਾ। ਮਹਾਰਾਜ ਆਪ ਅਨੰਤ ਹੋ, ਸ਼੍ਰੀ ਮਹੰਤ ਹੋ। ਇੱਕ ਹੁੰਦਾ ਮਹੰਤ, ਇੱਕ ਹੁੰਦਾ ਸ਼੍ਰੀ ਮਹੰਤ, ਸਾਰਿਆਂ ਤੋਂ ਵੱਡਾ। ਸਰਬਕੰਤ ਸਾਰਿਆਂ ਦੇ ਮਾਲਕ ਹੋ ਤੇ ਮੋਹ ਨੂੰ ਨਾਸ਼ ਕਰਨ ਵਾਲੇ ਹੋ। ਆਧਾਰ ਲੋਕ 14 ਅਪਾਰ ਰੂਪ ਰੰਜਨੰ। ਮਹਾਰਾਜ 14 ਲੋਕਾਂ ਨੂੰ ਗੁਰੂ ਨਾਨਕ ਸਾਹਿਬ ਤੁਹਾਡਾ ਹੀ ਆਸਰਾ ਹੈ। ਆਧਾਰ ਲੋਕ 14 ਲੋਕ ਤੁਹਾਡੇ ਆਸਰੇ ਤੇ ਟਿਕੇ ਹਨ। ਅਪਾਰ ਰੂਪ ਹੈ ਤੁਹਾਡਾ। ਤੇ ਮਹਾਰਾਜ ਸਾਰਿਆਂ ਨੂੰ ਰੰਜਨੰ ਪ੍ਰਸੰਨ ਕਰਨ ਵਾਲੇ ਹੋ। ਨਿਰੰਜਨੰ ਅਗੰਜਨੰ ਅਸਿਜਰੰ ਅਸਿਰਜਨੰ ਸੁਜਾਨਯੰ। ਮਹਾਰਾਜ ਨਿਰੰਜਨੰ ਅਗੰਜਨੰ। ਮਹਾਰਾਜ ਤੁਸੀਂ ਮਾਇਆ ਤੋਂ ਰਹਿਤ ਹੋ, ਟੁੱਟਣ ਭੱਜਣ ਵਾਲੇ ਨਹੀਂ ਹੋ ਤੁਸੀਂ। ਤੇ ਮਹਾਰਾਜ ਅਸਿਰਜਨੰ ਸਿਰਜਣਾ ਤੋਂ ਰਹਿਤ ਹੋ। ਸੁਜਾਨਯੰ ਸਾਰੇ ਸਰਬ ਸ੍ਰੇਸ਼ਟ ਤੁਸੀਂ ਜਾਣੇ ਜਾਂਦੇ ਹੋ। ਸਦੀਵ ਨੇਤ ਨੇਤ ਭੂਤ ਭੰਗਿਅੰ ਬਖਾਨਯੰ। ਮਹਾਰਾਜ ਸਦੀਵ ਨੇਤ ਨੇਤ ਭੂਪ ਭੱਬਿਅੰ ਬਖਾਨਯੰ। ਮਹਾਰਾਜ ਸਦਾ ਹੀ, ਹੁਣ ਵੀ, ਆਉਣ ਵਾਲੇ ਸਮੇਂ ਵਿੱਚ ਵੀ, ਪਿਛਲੇ ਬੀਤ ਚੁੱਕੇ ਸਮੇਂ ਵਿੱਚ ਵੀ ਮਹਾਰਾਜ ਤੁਸੀਂ ਨੇਤ ਹੋ, ਨੇਤ ਹੋ, ਬੇਅੰਤ ਹੋ, ਬੇਅੰਤ ਹੋ ਸੱਚੇ ਪਾਤਸ਼ਾਹ। ਸੋ ਇਸ ਤਰੀਕੇ ਨਾਲ ਸੰਗਤ ਜੀ ਇਹ ਮਹਾਰਾਜ ਦੀ ਵਡਿਆਈ ਵੇਖ ਲਓ। ਮਹਾਰਾਜ ਹੈ ਬੇਅੰਤੀ ਹੈ। ਉਦੋਂ ਵੀ ਮਹਾਰਾਜ ਦਾ ਜਸ ਸੀ, ਹੁਣ ਵੀ ਹੈ, ਹੁਣ ਵਧਿਆ ਹੀ ਹੈ। ਆਉਣ ਵਾਲੇ ਸਮੇਂ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਦਾ ਜਸ ਵਧਣਾ ਹੀ ਹੈ, ਵਧਣਾ ਹੀ ਹੈ। ਅਨੰਤ ਸ਼੍ਰੀ ਮਹੰਤ ਸਰਬਕੰਤ ਮੋਹ ਭੰਜਨੰ। ਆਧਾਰ ਲੋਕ 14 ਅਪਾਰ ਰੂਪ ਰੰਜਨੰ। ਨਿਰੰਜਨੰ ਅਗੰਜਨੰ ਅਸਿਰਜਨੰ ਸੁਜਾਨਯੰ। ਸਦੇਵ ਨੇਤ ਨੇਤ ਭੂਪ ਭੱਬਿਅੰ ਬਖਾਨਯੰ। ਹਾਂਜੀ। ਗੁਰੂ ਸਰੂਪ ਧਾਰ ਸਤਨਾਮ ਕੋ ਪਦਾਸਯੰ। ਹੇ ਮਹਾਰਾਜ, ਹੇ ਪਰਮੇਸ਼ਰ ਜੀ, ਇਹ ਦੇਵਤੇ ਕਹਿ ਰਹੇ, ਹੇ ਪਰਮੇਸ਼ਰ ਜੀ, ਗੁਰੂ ਨਾਨਕ ਸਾਹਿਬ ਜੀ ਤੁਸੀਂ ਗੁਰੂ ਦਾ ਰੂਪ ਧਾਰਨ ਕਰਕੇ ਇਸ ਧਰਤੀ ਤੇ ਆ ਗਏ ਹੋ। ਫਿਰ ਆ ਕੇ ਸਤਨਾਮ ਦਾ ਉਪਦੇਸ਼ ਦਿੱਤਾ ਤੁਸੀਂ ਸਾਰਿਆਂ ਨੂੰ। ਹਾਂਜੀ। ਪਖੰਡ ਕੋ ਨਿਕੰਦ ਕੈ ਨ ਮਾਨ ਛੋਰ ਲੇਸਯੰ। ਮਹਾਰਾਜ ਪਖੰਡ ਕੋ ਨਿਕੰਦ ਕੈ, ਪਖੰਡਾਂ ਦਾ ਨਾਸ਼ ਕੀਤਾ। ਪਰ ਮਹਾਰਾਜ ਤੁਹਾਡੇ ਵਿੱਚ ਨਾ ਮਾਨ ਛੋਰ ਲੇਸਿੰਗ, ਲੇਸ਼ ਮਾਤਰ ਥੋੜਾ ਜਿੰਨਾ ਵੀ ਮਾਣ ਨਹੀਂ ਹੈਗਾ, ਹੰਕਾਰ ਨਹੀਂ ਹੈਗਾ। ਇੰਨੀ ਵੱਡੀ ਵਡਿਆਈ ਹੋਵੇ ਤੇ ਮਾਣ ਨਾ ਹੋਵੇ, ਇਹ ਤੇ ਹੋ ਹੀ ਨਹੀਂ ਸਕਦਾ। ਪਰ ਮਹਾਰਾਜ ਤੁਹਾਡੇ ਵਿੱਚ ਲੇਸ਼ ਮਾਤਰ ਵੀ ਮਾਣ ਨਹੀਂ ਗੁਰੂ ਨਾਨਕ ਸਾਹਿਬ ਜੀ ਦੇ ਵਿੱਚ। ਹਾਂਜੀ।
ਆਨੰਦਹੀਨ ਦੁੰਦ ਕੈ ਮੁਕੰਦ ਸਰਬ ਬੰਦ ਜੂ। ਹੇ ਮਹਾਰਾਜ ਤੁਸੀਂ ਆਨੰਦ ਸਰੂਪ ਹੋ, ਦੁੱਖ ਵਾਲੀ ਥਾਂ ਨਹੀਂ ਹੈ। ਹੱਥ ਰੱਖੋ। ਮਹਾਰਾਜ ਤੁਸੀਂ ਆਨੰਦ ਰੂਪ ਹੋ, ਦਵੈਤ ਤੋਂ ਰਹਿਤ ਹੋ, ਸਾਰਿਆਂ ਨੂੰ ਮੁਕਤੀ ਦੇਣ ਵਾਲੇ ਹੋ ਤੇ ਸਭਨਾਂ ਦੇ ਬੰਧਨ ਜੋਗ ਹੋ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਭਾਵ ਮਹਾਰਾਜ ਸਾਰੇ ਤੁਹਾਡੇ ਅੱਗੇ ਝੁਕਦੇ ਐ, ਜਿਸ ਅੱਗੇ ਸਭ ਨਿਵੰਨ। ਤੇ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਅੱਗੇ ਫਿਰ ਸਾਰੇ ਝੁਕੇ। ਮੱਕੇ ਮਦੀਨੇ ਵਾਲੇ ਵੀ ਮਹਾਰਾਜ ਗਰੀਬ ਨਵਾਜ ਜੀ ਦੇ ਚਰਨਾਂ ਵਿੱਚ ਝੁਕ ਗਏ। 84 ਸਿੱਧ ਨੌ ਨਾਥ ਜਪੀ ਤਪੀ ਰਾਜੇ ਮਹਾਰਾਜੇ ਮਹਾਰਾਜ ਗਰੀਬ ਨਵਾਜ ਜੀ ਦੇ ਚਰਨਾਂ ਵਿੱਚ ਝੁਕ ਗਏ। ਤੁਸੀਂ ਕਥਾ ਸੁਣੀ ਹੈ, ਦੈਂਤ ਵੀ ਮਹਾਰਾਜ ਜੀ ਦੇ ਚਰਨਾਂ ਵਿੱਚ ਝੁਕ ਗਏ, ਦੇਵਤੇ ਵੀ ਮਹਾਰਾਜ ਜੀ ਦੇ ਚਰਨਾਂ ਵਿੱਚ ਝੁਕਦੇ ਹੈ। ਹਾਂਜੀ। ਨਮਸਤੇ ਅੰਗ ਨਮਸਤੇ ਅੰਗ ਨਮਸਤੇ ਅੰਗ ਗੋਬਿੰਦ ਜੂ। ਹੇ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਸਾਡੀ ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਹੈ। ਆਪ ਗੋਬਿੰਦ ਹੋ, ਇਹ ਸਾਰੀ ਧਰਤੀ ਦੇ ਮਾਲਕ ਹੋ। ਗੁਰੂ ਸਰੂਪ ਧਾਰ ਸਤਨਾਮ ਕੋ ਪਦਾਸਿਅੰ। ਪਖੰਡ ਕੋ ਨਿਕੰਦ ਕੈ ਨ ਮਾਨ ਛੋਰ ਲੇਸਿਅੰ। ਆਨੰਦਹੀਨ ਦੁੰਦ ਕੈ ਮੁਕੰਦ ਸਰਬ ਬੰਦ ਜੂ। ਨਮਸਤੇ ਅੰਗ ਨਮਸਤੇ ਅੰਗ ਨਮਸਤੇ ਅੰਗ ਗੋਬਿੰਦ ਜੂ। ਇਹ ਫਿਰ ਦੇਵਤਿਆਂ ਨੇ ਮਹਾਰਾਜ ਗਰੀਬ ਨਵਾਜ ਜੀ ਦੀ ਉਸਤਤ ਕੀਤੀ। ਇੱਕ ਛੰਦ ਹੋਰ ਹੈ, ਉਹ ਵੀ ਸੁਣ ਲਓ। ਛਪੈ ਛੰਦ ਭਾਉ ਭਗਤ ਵਿਸਥਾਰ ਗੁਰੂ ਸਿੱਖੀ ਜਗ ਕੀਨੀ। ਮਹਾਰਾਜ ਗੁਰੂ ਰੂਪ ਹੋ ਕੇ ਤੁਸੀਂ ਧਰਤੀ ਤੇ ਆਏ ਤੇ ਆ ਕੇ ਫਿਰ ਇਸ ਜਗਤ ਤੇ ਪ੍ਰੇਮਾ ਭਗਤੀ ਦਾ ਵਿਸਥਾਰ ਕੀਤਾ। ਬੜੇ ਵੱਡੇ ਵੱਡੇ ਜਲ ਧਾਰੇ ਕਰਨ ਨੂੰ ਨਹੀਂ ਕਿਹਾ, ਪ੍ਰੇਮ ਨਾਲ ਕੋਈ ਨਾਮ ਜਪੇ, ਪ੍ਰੇਮ ਨਾਲ ਨਾਮ ਜਪਣ ਦੀ ਵਡਿਆਈ ਕੀਤੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਭਾਵ ਭਗਤੀ ਦਾ ਵਿਸਥਾਰ ਕੀਤਾ, ਜਗਤ ਵਿੱਚ ਗੁਰੂ ਦੀ ਸਿੱਖੀ ਨੂੰ ਪੈਦਾ ਕੀਤਾ ਮਹਾਰਾਜ ਨੇ। ਹਾਂਜੀ। ਪੂਰਬ ਸਾਧਨ ਮੁਕਤ ਕਰਤ ਔਰੇ ਬਿਦ ਚੀਨੀ। ਹੈ ਮੁਕਤੀ ਦੇ ਜਿਹੜੇ ਪਹਿਲੇ ਸਾਧਨ ਸਨ, ਹੋਰ ਹੀ ਕੰਮ ਕਰੀ ਜਾਂਦੇ ਸਨ। ਮਹਾਰਾਜ ਤੁਸੀਂ ਅਸਲ ਵਿਧੀ ਲੋਕਾਂ ਨੂੰ ਆ ਕੇ ਦੱਸੇ। ਮੁਕਤੀ ਕੀ ਹੈ? ਮੁਕਤ ਹੈ ਅਸਲ ਵਿੱਚ ਜੀਂਦਿਆਂ ਜੀ ਨਾਮ ਜਪ ਕੇ ਮੁਕਤ ਹੋਣਾ ਜੀ। ਹਾਂਜੀ। ਤਿਨ ਤੇ ਤੁਮਹੇ ਸੁਖੇ ਨ ਕੀਨ ਇਹੋ ਰੀਤ ਨਵੀਨੀ। ਮਹਾਰਾਜ ਪਹਿਲਾਂ ਮੁਕਤੀ ਦੇ ਸਾਧਨ ਬੜੇ ਬੜੇ ਸਾਧ ਸੰਗਤ ਜੀ, ਮੁਕਤੀ ਦੇ ਸਾਧਨ ਜਿਹੜੇ ਸਨ ਉਹ ਬੜੇ ਔਖੇ ਸਨ। ਜਲ ਧਾਰੇ ਕਰਨੇ, ਪੁੱਠੇ ਲਟਕਦੇ ਰਹਿਣਾ, ਬਿਨਾਂ ਅੰਨ ਤੋਂ ਤਪ ਕਰਨੇ, ਵਾਹਿਗੁਰੂ ਗਰਮੀਆਂ 'ਚ ਅੱਗ ਦਾ ਸੇਕ ਸਹਿਣਾ, ਠੰਡ 'ਚ ਪਾਣੀ 'ਚ ਬੈਠੇ ਰਹਿਣਾ। ਤੇ ਮਹਾਰਾਜ ਨੇ ਕੀ ਕੀਤਾ? ਮਹਾਰਾਜ ਨੇ ਕਿਰਪਾ ਕੀਤੀ, ਇੱਕੋ ਹੀ ਕੰਮ ਕਿਹਾ, ਭਾਈ ਨਾਮ ਜਪੋ, ਨਾਮ ਜਪਣ ਨਾਲ ਮੁਕਤੀ ਹੋਣੀ ਹੈ। ਗੱਜ ਕੇ ਕਹੋ ਵਾਹਿਗੁਰੂ ਵਾਹਿਗੁਰੂ। ਤੋ ਉਹ ਇਸ ਕਰਕੇ ਦੇਵਤੇ ਕਹਿੰਦੇ ਐ ਤਿੰਨ ਤੇ ਤੁਮਹੇ ਸੁਖੇ ਨਕੀਨ ਇਹੋ ਗਤ ਨਵੀਨੀ। ਔਖੇ ਔਖੇ ਕੰਮਾਂ ਤੋਂ ਸੌਖਾ ਕੰਮ ਮਹਾਰਾਜ ਤੁਸੀਂ ਦੱਸ ਦਿੱਤਾ। ਗਾਡੀ ਰਾਹੋ ਚਲਾਏ ਨਰਨ ਕੋ ਸ਼ੁਭ ਮਤ ਦੀਨੀ। ਗੁਰਮੁਖ ਗਾਡੀ ਰਾਹ ਤੇ ਚਲਾਇਆ, ਸ੍ਰੇਸ਼ਟ ਮਤ ਵਾਹਿਗੁਰੂ ਗਾਡੀ ਰਾਹ ਤੇ ਸਾਰਿਆਂ ਨੂੰ ਚਲਾਇਆ, ਚੰਗੀ ਮਤ ਦਿੱਤੀ। ਗਾਡੀ ਰਾਹ ਕੀ ਹੈ? ਨਾਮ ਜਪੋ, ਭਜਨ ਕਰੋ, ਸਿਮਰਨ ਕਰੋ। ਇਹੋ ਸਭ ਤੋਂ ਉੱਤਮ ਰਾਹ, ਇਹਦੇ ਨਾਲ ਮੁਕਤੀ ਹੋਣੀ ਹੈ। ਹਾਂਜੀ। ਪ੍ਰਭੂ ਨਮਹਿ ਨਮਹਿ ਪੁਨ ਪੁਨ ਨਮਹਿ ਚਰਨ ਸ਼ਰਨ ਤਾਰਨ ਤਰਨ। ਹੇ ਤਾਰਨ ਤਰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਅਸੀਂ ਸਭ ਦੇਵਤੇ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਹਾਂ। ਆਪ ਜੀ ਨੂੰ ਮੱਥਾ ਟੇਕਦੇ ਹਾਂ, ਫਿਰ ਮੱਥਾ ਟੇਕਦੇ ਹਾਂ। ਪ੍ਰਭੂ ਨਮਹਿ ਨਮਹਿ ਪੁਨ ਪੁਨ ਨਮਹਿ ਚਰਨ ਸ਼ਰਨ ਤਾਰਨ ਤਰਨ। ਹਾਂਜੀ। ਦੁਖ ਦਰਨ ਕਰਨ ਸੁਖ ਹਰਨ ਅਗ ਸ਼੍ਰੀ ਨਾਨਕ ਕਾਰਨ ਕਰਨ। ਹੇ ਸੱਚੇ ਪਾਤਸ਼ਾਹ, ਮਹਾਰਾਜ ਦੁੱਖਾਂ ਨੂੰ ਦੂਰ ਕਰਨ ਵਾਲੇ ਹੋ, ਸੁੱਖਾਂ ਨੂੰ ਦੇਣ ਵਾਲੇ ਹੋ, ਪਾਪਾਂ ਦਾ ਨਾਸ਼ ਕਰਨ ਵਾਲੇ ਹੋ। ਹੇ ਮਹਾਰਾਜ ਸਾਰੇ ਸੰਸਾਰ ਦੇ ਆਪ ਹੀ ਕਾਰਨ ਹੋ, ਆਪ ਹੀ ਕਰਨ ਹੋ।
ਮਹਾਰਾਜ ਅਸੀਂ ਤੁਹਾਡੇ ਚਰਨਾਂ ਵਿੱਚ ਨਮਸਕਾਰ ਕਰਦੇ ਹਾਂ, ਨਮਸਕਾਰ ਕਰਦੇ ਹਾਂ। ਸੋ ਪਿਆਰ ਨਾਲ ਸਾਰੇ ਪੰਕਤੀ ਫਿਰ ਸੁਣੋ। ਪ੍ਰਭੂ ਨਮਹਿ ਨਮਹਿ ਪੁਨ ਪੁਨ ਨਮਹਿ, ਚਰਨ ਸ਼ਰਨ ਤਾਰਨ ਤਰਨ, ਦੁਖ ਦਰਨ ਕਰਨ ਸੁਖ ਹਰਨ ਅਗ, ਸ਼੍ਰੀ ਨਾਨਕ ਕਾਰਨ ਕਰਨ। ਮਹਾਰਾਜ ਆਪ ਜੀ ਦੀ ਵੱਡੀ ਵਡਿਆਈ। ਇਸ ਤਰੀਕੇ ਨਾਲ ਦੇਵਤਿਆਂ ਨੇ ਮਹਾਰਾਜ ਗਰੀਬ ਨਵਾਜ ਜੀ ਦੀ ਹਜ਼ੂਰੀ ਵਿੱਚ ਆ ਕੇ ਮਹਾਰਾਜ ਜੀ ਦੇ ਸਰੀਰ ਤਿਆਗਣ ਦੇ ਸਮੇਂ ਸੱਚੇ ਪਾਤਸ਼ਾਹ ਜੀ ਦੀ ਵੱਡੀ ਵਡਿਆਈ ਕੀਤੀ ਹੈ। ਇਹ ਜਿਹੜੀ ਮਹਿਮਾ ਵੀ ਸੁਣ ਲੇਗਾ ਉਹਦਾ ਵੀ ਬੜਾ ਭਲਾ ਹੋ ਜਾਏਗਾ, ਬੜਾ ਭਲਾ ਹੋ ਜਾਏਗਾ। ਸੋ ਮਹਾਰਾਜ ਗਰੀਬ ਨਵਾਜ ਸਾਡੇ ਸਾਰਿਆਂ ਤੇ ਮਿਹਰਾਂ ਕਰਨ, ਬਖਸ਼ਿਸ਼ਾਂ ਕਰਨ, ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।